ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਕੰਮ ਸਿਰਫ ਤੇ ਸਿਰਫ ਗੁਰਦੁਆਰਿਆਂ ਦਾ ਪ੍ਰਬੰਧ ਦੇਖਣਾ ਔਰ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਸੰਭਾਲ ਔਰ ਉਹਦੀ ਮਰਿਆਦਾ ਨੂੰ ਬਣਾਉਣਾ ਔਰ ਕਾਇਮ ਰੱਖਣਾ ਹੈ। ਸਿਰਫ ਤੇ ਸਿਰਫ ਉਹਦਾ ਇੰਨਾ ਹੀ ਕਾਰਜ ਖੇਤਰ ਆ, ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਔਰ ਨਾਲ ਦੀ ਨਾਲ ਮਰਿਆਦਾ ਨੂੰ ਮੇਨਟੇਨ ਰੱਖਣਾ। ਇਹ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ। ਸਿੱਖ ਪੰਥ ਲਈ ਸਭ ਤੋਂ ਵੱਡੀ ਸਾਡੀ ਸੰਸਥਾ ਹੈ ਔਰ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਬਿਲਕੁਲ ਨਾਕਾਮ ਹੋਈ ਔਰ ਇੰਨਾ ਕੁ ਨਾਕਾਮ ਹੋਈ ਕਿ ਮੈਂ ਕੀ ਕਹਾਂ ਕਿ ਉਹਨੇ ਸਾਡੇ ਗੁਰੂ ਸਾਹਿਬ ਹੀ ਲਾਪਤਾ ਕਰਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਜੋ ਕੁਝ ਚੱਲ ਰਿਹਾ ਹੈ ਉਸ ਨੂੰ ਵੇਖ ਕੇ ਇੱਕ ਤੋਂ ਬਾਅਦ ਇੱਕ ਦਿਲ ਨੂੰ ਬਹੁਤ ਧੱਕਾ ਲੱਗ ਰਿਹਾ ਹੈ। ਇੱਕ ਪਾਸੇ ਸਾਬਕਾ ਡੀਜੀਪੀ ਬਲਵੰਤ ਸਿੰਘ ਮੁਲਤਾਨੀ ਦਾ ਕਾਤਲ ਅਤੇ ਕਈ ਹੋਰ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਨਾਨ ਵੇਰੀਏਬਲ ਵਾਰੰਟ ਜਾਰੀ ਕਰਨ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਬੇਲ ਦਿੱਤੀ ਜਾਂਦੀ ਹੈ ਅਤੇ ਦੂਸਰੇ ਪਾਸੇ SGPC ਜਿਸ ਨੂੰ ਸਰਮੋਰ ਸੰਸਥਾ ਸਿੱਖ ਕੌਮ ਦੀ ਆਖਿਆ ਜਾਂਦਾ ਹੈ ਉਹਨਾਂ ਵੱਲੋਂ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। 328 ਸਰੂਪਾਂ ਦਾ ਖੁਰਾ ਖੋਜ ਮਿਟਾਇਆ ਜਾਂਦਾ ਹੈ। ਇਸ ਸਾਰੇ ਮਸਲੇ ਤੇ ਸਿੰਘ ਨੇ ਕੀ ਕਿਹਾ, ਆਓ ਮਾਰਦੇ ਇੱਕ ਨਜ਼ਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਕੁਝ ਬੇਨਤੀਆਂ ਕਰਨ ਵਾਸਤੇ ਬੇਨਤੀ ਕੀਤੀ ਸੀ ਦਿਨ ਵੇਲੇ। ਸੋ ਆਪ ਸਭ ਅਸੀਸ ਬਖਸ਼ਣੀ ਤਾਂ ਜੋ ਆਪ ਜੀ ਦੀ ਕਿਰਪਾ ਔਰ ਅਸੀਸ ਦੇ ਨਾਲ ਜੋ ਹੈ ਵਿਚਾਰਾਂ ਉਹ ਆਪ ਸਭ ਸੰਗਤ ਦੇ ਸਨਮੁਖ ਰੱਖ ਸਕਾਂ ਮੈਂ। ਐਸੀ ਆਪ ਸਭ ਸੰਗਤ ਨੇ ਕਿਰਪਾ ਕਰਨੀ। ਸੋ ਸਭ ਤੋਂ ਪਹਿਲਾਂ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਸੀਗਾ ਕਿ ਕੁਝ ਸਿੰਘ ਜੁੜ ਜਾਣ ਆਪਣੇ ਨਾਲ, ਉਸ ਤੋਂ ਬਾਅਦ ਹੀ ਆਪਾਂ ਇਹਦੇ ਬਾਰੇ ਵਿਚਾਰ ਹੈ ਜਿਹੜੀ ਉਹ ਸ਼ੁਰੂ ਕਰਾਂਗੇ। ਸੋ ਆਪ ਜੀ ਨਾਲ ਮੈਂ ਕੁਝ ਇਤਿਹਾਸ ਦੀ ਸਾਂਝ ਤਾਂ ਨਹੀਂ ਪਾਉਣੀ ਕਿਉਂਕਿ ਜਿਹੜੇ ਦਿਨ ਚੱਲ ਰਹੇ ਆ, ਜਿੰਨਾ ਕੁ ਸਾਡੇ ਨਾਲ ਜੋ ਕੁਝ ਵਾਪਰ ਰਿਹਾ ਇਹਨਾਂ ਦਿਨਾਂ 'ਚ, ਉਹਦੇ ਬਾਰੇ ਹੀ ਮੈਂ ਆਪ ਸਭ ਦੇ ਨਾਲ ਬੇਨਤੀ ਕਰਨੀ ਸੀ, ਕੁਝ ਬੇਨਤੀਆਂ ਕਰਨੀਆਂ ਸੀ। ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਕੁਝ ਸਿੰਘ ਜੁੜ ਜਾਣ ਸਾਡੇ ਨਾਲ ਤਾਂ ਕਿ ਅਸੀਂ ਆਪਣੀ ਗੱਲ ਹੈ ਜਿਹੜੀ ਉਹ ਸ਼ੁਰੂ ਕਰ ਸਕੀਏ। ਸੋ ਸਭ ਤੋਂ ਪਹਿਲਾਂ ਅੱਜ ਦੇ ਦਿਨ ਸਾਨੂੰ ਬੜੀਆਂ ਦੋ ਮਨਹੂਸ ਖਬਰਾਂ ਸੁਣਨ ਨੂੰ ਮਿਲੀਆਂ। ਜਿਹੜੀ ਸਭ ਤੋਂ ਪਹਿਲੀ ਖਬਰ ਇਹ ਸੀ ਕਿ ਕੁਝ ਦਿਨਾਂ ਤੋਂ ਜੋ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਾ ਜਿਹੜਾ ਜ਼ਾਲਮ ਅਫਸਰ ਹੈ ਸੁਮੇਧ ਸੈਣੀ, ਉਹਦੇ ਵਾਰੰਟ ਜਾਰੀ ਹੋਏ ਸੀ। ਨਾਨ ਬੇਲੇਬਲ ਵਾਰੰਟ ਜਿਹੜੇ ਉਹਦੇ ਜਾਰੀ ਹੋਏ ਸੀ, ਉਹ ਅੱਜ ਉਹਨੂੰ ਸੁਪਰੀਮ ਕੋਰਟ ਵੱਲੋਂ ਸ਼ਾਇਦ ਜ਼ਮਾਨਤ ਮਿਲ ਗਈ ਆ। ਸੋ ਇਹ ਖਬਰ ਸੀ ਜਿਹੜੀ ਬੜਾ ਦੁੱਖ ਹੋਇਆ ਪੜ੍ਹ ਕੇ ਕਿ ਪਹਿਲਾਂ ਤਾਂ ਸਾਨੂੰ ਇਨਸਾਫ ਮਿਲਿਆ ਹੀ ਨਹੀਂ। ਜੇ ਸਾਨੂੰ ਇਨਸਾਫ ਮਿਲਣ ਦੀ ਆਸ ਹੋਈ ਕਿਤੇ ਉਹਨਾਂ 'ਤੇ ਜਿਨ੍ਹਾਂ ਨੇ ਸਾਡੇ 'ਤੇ ਜ਼ੁਲਮ ਕੀਤੇ, ਤਸ਼ੱਦਦ ਕੀਤੇ, ਜੇ ਕਿਤੇ ਜਾ ਕੇ ਕੋਰਟ ਦੇ ਕੰਨ ਖੁੱਲ੍ਹੇ ਹੀ ਆ, ਉਹਦੀਆਂ ਅੱਖਾਂ ਖੁੱਲ੍ਹੀਆਂ ਹੀ ਆ, ਤਾਂ ਫਿਰ ਉੱਤੋਂ ਇੱਦਾਂ ਦੇ ਬੰਦਿਆਂ ਨੂੰ ਇਸ ਤਰ੍ਹਾਂ ਦੇ ਨਾਲ ਜਿਹੜਾ ਕਾਨੂੰਨ ਆ ਉਹ ਇਹਨਾਂ ਨੂੰ ਭਰੋਸਾ ਦਿਵਾ ਰਿਹਾ ਕਿ ਜੇ ਤੁਸੀਂ ਸਿੱਖ ਕੌਮ ਨਾਲ ਧੱਕਾ ਕੀਤਾ ਤਾਂ ਤੁਸੀਂ ਡਰੋ ਨਾ, ਅਸੀਂ ਤੁਹਾਡੇ ਨਾਲ ਹਾਂ। ਕਾਨੂੰਨ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਿਹਾ। ਸੋ ਇਹ ਬੜੀ ਮੰਦਭਾਗੀ ਖਬਰ ਸੀ। ਦੂਸਰੀ ਖਬਰ ਸੀ ਜਿਹੜੀ ਖਾਲਸਾ ਜੀ ਜਿਹਨੇ ਮਨ ਵਿੱਚ ਬੜਾ ਰੋਸ ਵੀ ਪੈਦਾ ਕੀਤਾ ਔਰ ਬੜਾ ਦੁੱਖ ਵੀ ਹੋਇਆ ਜਿਸ ਚੀਜ਼ ਦਾ, ਉਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਰਿਲੇਟਡ ਸੀ ਔਰ ਸਾਡੀ ਸਿੱਖਾਂ ਦੀ ਸਭ ਤੋਂ ਜਿਹੜੀ ਸ਼੍ਰੋਮਣੀ ਸੰਸਥਾ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਨਾਲ ਸੰਬੰਧਿਤ ਸੀ ਔਰ ਸਾਡੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ ਸੀ। ਸੋ ਉਹਨੇ ਹਿਰਦੇ ਵਲੂੰਦਰ ਦਿੱਤੇ ਅੱਜ ਜਿਹੜੀਆਂ ਇਹ ਦੋ ਖਬਰਾਂ ਸੀ ਉਹਨਾਂ ਨੇ। ਸੋ ਪਹਿਲੀ ਖਬਰ ਦਾ ਤਾਂ ਸਾਨੂੰ ਇਹ ਅਹਿਸਾਸ ਹੀ ਸੀ ਕਿ ਇੱਦਾਂ ਹੀ ਸਾਡੇ ਨਾਲ ਹੋਣਾ। ਹਿੰਦੁਸਤਾਨ ਦੇ ਵਿੱਚ, ਭਾਰਤ ਦੇਸ਼ 'ਚ ਸਾਨੂੰ ਇਨਸਾਫ ਮਿਲ ਹੀ ਨਹੀਂ ਸਕਦਾ, ਇਸ ਚੀਜ਼ ਦਾ ਤਾਂ ਸਾਨੂੰ ਪਹਿਲਾਂ ਤੋਂ ਪਤਾ ਹੀ ਸੀ। ਪਰ ਜਿਹੜੀ ਦੂਸਰੀ ਖਬਰ ਸੀ, ਜਦੋਂ ਉਹਦੇ ਬਾਰੇ ਪਤਾ ਲੱਗਾ ਤਾਂ ਬੜਾ ਅਫਸੋਸ ਹੋਇਆ, ਸਦ ਅਫਸੋਸ ਹੋਇਆ ਇਸ ਗੱਲ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਕੰਮ ਸਿਰਫ ਤੇ ਸਿਰਫ ਗੁਰਦੁਆਰਿਆਂ ਦਾ ਪ੍ਰਬੰਧ ਦੇਖਣਾ
ਔਰ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਸੰਭਾਲ ਔਰ ਉਹਦੀ ਮਰਿਆਦਾ ਨੂੰ ਬਣਾਉਣਾ ਔਰ ਕਾਇਮ ਰੱਖਣਾ ਹੈ। ਸਿਰਫ ਤੇ ਸਿਰਫ ਉਹਦਾ ਇੰਨਾ ਹੀ ਕਾਰਜ ਖੇਤਰ ਆ। ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਔਰ ਨਾਲ ਦੀ ਨਾਲ ਮਰਿਆਦਾ ਨੂੰ ਮੇਨਟੇਨ ਰੱਖਣਾ, ਇਹ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ। ਸਿੱਖ ਪੰਥ ਲਈ ਸਭ ਤੋਂ ਵੱਡੀ ਸਾਡੀ ਸੰਸਥਾ ਹੈ ਔਰ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਬਿਲਕੁਲ ਨਾਕਾਮ ਹੋਈ ਔਰ ਇੰਨਾ ਕੁ ਨਾਕਾਮ ਹੋਈ ਕਿ ਮੈਂ ਕੀ ਕਹਾਂ ਕਿ ਉਹਨੇ ਸਾਡੇ ਗੁਰੂ ਸਾਹਿਬ ਹੀ ਲਾਪਤਾ ਕਰਤੇ, ਗੁਰੂ ਸਾਹਿਬ ਦੇ ਸਰੂਪ ਹੀ ਲਾਪਤਾ ਕਰਤੇ। 2016 ਤੋਂ ਪਹਿਲਾਂ 328 ਸਰੂਪ ਲਾਪਤਾ ਹੋ ਚੁੱਕੇ ਸੀ। 2016 ਤੋਂ ਪਹਿਲਾਂ 2016 ਤੋਂ ਲੈ ਕੇ 2020 ਤੱਕ ਕਿੰਨੇ ਸਰੂਪ ਉਹਨਾਂ ਨੇ ਖੁਰਦ-ਬੁਰਦ ਕੀਤੇ ਆ, ਉਹਦੇ ਬਾਰੇ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਹੈਗੀ। ਸੋ 2016 ਤੋਂ ਪਹਿਲਾਂ 328 ਸਰੂਪ ਆ ਜਿਹੜੇ ਉਹ ਸ਼੍ਰੋਮਣੀ ਕਮੇਟੀ ਲਾਪਤਾ ਕਰ ਚੁੱਕੀ ਸੀ, ਜਿਹਦੇ ਬਾਰੇ ਉਹਨਾਂ ਦਾ ਇਹ ਤਰਕ ਹੈ ਕਿ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਭਵਨ ਹੈ ਉਹਦੇ ਪ੍ਰਬੰਧਕ ਹੈ, ਉਹਦੇ ਪ੍ਰਬੰਧਕਾਂ ਨੇ ਗੜਬੜੀ ਕੀਤੀ ਹੈ ਜੀ। ਭੇਟਾ ਲੈ ਕੇ ਉਹ ਸੰਗਤ ਨੂੰ ਸਰੂਪ ਦਿੰਦੇ ਰਹੇ, ਰਜਿਸਟਰ 'ਚ ਚਾੜ੍ਹਦੇ ਨਾ ਰਹੇ। ਇਹ ਹੁਣ ਉੱਪਰੋਂ ਲਿਪਾ ਪੁੱਤੀ ਹੋ ਰਹੀ ਹੈ ਇਸ ਬਾਰੇ। ਸੋ ਸੰਗਤ ਨੇ ਇਸ ਚੀਜ਼ ਦਾ ਰੌਲਾ ਚੱਕਿਆ, ਮੁੱਦਾ ਉੱਠਿਆ, ਅਕਾਲ ਤਖਤ ਸਾਹਿਬ ਤੇ ਗੱਲ ਪਹੁੰਚੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਪਹਿਲਾਂ ਇਹ ਬਿਆਨ ਦਿੱਤਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ। ਦੂਸਰਾ ਜਥੇਦਾਰ ਜੀ ਨੇ ਇਹ ਬਿਆਨ, ਉਹਨਾਂ ਦਾ ਅਖਬਾਰਾਂ 'ਚ ਆ ਰਿਹਾ ਕਿ ਦੂਸਰਾ ਬਿਆਨ ਉਹਨਾਂ ਨੇ ਦਿੱਤਾ ਕਿ ਦੋ ਜਿਹੜੇ ਸਰੂਪਾਂ ਦੀ ਗੱਲ ਹੋ ਰਹੀ ਆ ਉਹ ਛਪੇ ਹੀ ਨਹੀਂ ਸੀ। ਫਿਰ ਤੀਸਰਾ ਉਹਨਾਂ ਦਾ ਬਿਆਨ ਫਿਰ ਆਉਂਦਾ ਕਿ ਨਹੀਂ ਜੀ ਅਸੀਂ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਔਰ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਕਿਹਾ ਕਾਰਵਾਈ ਕਰੋ। ਸ਼੍ਰੋਮਣੀ ਕਮੇਟੀ ਦੀ ਕੋਰ ਕਮੇਟੀ ਦੀ ਬੈਠਕ ਹੋਈ, ਜਿਹਦੇ ਵਿੱਚ ਉਹਨਾਂ ਨੇ ਕੁਝ ਸਕੱਤਰ ਪੱਧਰ ਦੇ ਅਧਿਕਾਰੀ ਆਪਣੇ ਸੀ, ਕੁਝ ਹੋਰ ਹੇਠਲੇ ਕਰਮਚਾਰੀ ਸੀ ਜਿਹੜੇ 12-15 ਜੋ ਕਿ ਹਮੇਸ਼ਾ ਹੋਣਾ ਹੁੰਦਾ, ਉਹ ਉਹਨਾਂ ਨੇ ਸਸਪੈਂਡ ਕੀਤੇ ਤੇ ਉਹਨਾਂ ਦੇ ਉੱਪਰ ਉਹਨਾਂ ਨੂੰ ਕਿਹਾ ਕਿ ਇਹਨਾਂ ਤੇ ਅਸੀਂ ਫੌਜਦਾਰੀ ਮੁਕੱਦਮੇ ਵੀ ਕਰਾਂਗੇ। ਪਰ ਕੁਝ ਦਿਨਾਂ ਬਾਅਦ ਜਦੋਂ ਸਕੱਤਰਾਂ ਨੇ ਅੱਗਿਓਂ ਘੂਰਿਆ ਕਿ ਦੇਖੋ ਤੁਸੀਂ ਸਾਡੇ ਤੇ ਮੁਕੱਦਮੇ ਕਿਵੇਂ ਕਰ ਸਕਦੇ, ਅਸੀਂ ਤਾਂ ਤੁਹਾਡਾ ਨਾਂ ਲੈ ਦੇਣਾ ਕਿ ਸ਼੍ਰੋਮਣੀ ਕਮੇਟੀ ਦੇ ਔਰ ਉੱਪਰੋਂ ਹੁਕਮਾਂ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ, ਤਾਂ ਆਪਣੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦਾ ਸੇਕ ਤਾਂ ਬਹੁਤ ਉੱਪਰ ਤਾਈਂ ਜਾਊਗਾ, ਸੋ ਫਿਰ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਫੌਜਦਾਰੀ ਮੁਕੱਦਮੇ ਨਹੀਂ ਕਰਾਂਗੇ, ਇਹਨਾਂ ਨੂੰ ਧਾਰਮਿਕ ਸਜ਼ਾ ਲਾਵਾਂਗੇ। ਸੋ ਧਾਰਮਿਕ ਸਜ਼ਾ ਉਹ ਕਿਹਨੂੰ ਕਹਿੰਦੇ ਆ, ਜਿਹਨੂੰ ਅਸੀਂ ਸੇਵਾ ਕਹਿੰਦੇ ਹਾਂ। ਗੁਰੂ ਘਰ 'ਚ ਅਸੀਂ ਨਿੱਤ ਜਾ ਕੇ ਸੇਵਾ ਕਰਦੇ ਹਾਂ, ਮਹਾਰਾਜ ਦੀ ਧੁਆਈ ਦੀ ਸੇਵਾ, ਮਹਾਰਾਜ ਦੇ ਦਰ ਦੇ ਆਈ ਸੰਗਤ ਦੀ ਜੋੜੇ ਝਾੜਨ ਦੀ ਸੇਵਾ, ਇਹਨੂੰ ਉਹ ਸਜ਼ਾ ਕਹਿ ਰਹੇ ਆ, ਧਾਰਮਿਕ ਸਜ਼ਾ ਲਾਵਾਂਗੇ। ਸੋ ਬੜੀ ਹਾਸੋਹੀਣੀ ਸਥਿਤੀ ਸ਼੍ਰੋਮਣੀ ਕਮੇਟੀ ਨੇ ਬਣਾਈ। ਸਿੱਖ ਸੰਗਤਾਂ ਨੇ ਕਿਹਾ ਕਿ ਨਹੀਂ ਅਸੀਂ ਸੰਘਰਸ਼ ਕਰਾਂਗੇ। ਸਾਡੇ ਸਿੱਖਾਂ ਦੀ ਸਭ ਤੋਂ ਵੱਡੀ ਤਰਾਸਦੀ ਜਿਹੜੀ ਮੈਂ ਪੁਰਾਣੇ ਸਿੰਘਾਂ ਨੇ ਵੀ ਗ੍ਰੰਥਾਂ 'ਚ ਲਿਖੀ ਕਿ ਧੰਨ ਗੁਰੂ ਕੇ ਸਿੱਖ ਅਕਲ ਕੇ ਪੱਕੇ ਵੈਰੀ, ਉਹ ਸਿੱਖਾਂ ਨੇ ਆਪਣੀ ਉਹ ਗੱਲ ਕਰ ਦਿਖਾਈ। ਸਿੱਖਾਂ ਨੇ ਸ਼ਾਇਦ ਇਕੱਠ ਰੱਖਿਆ 14 ਤਰੀਕ ਦਾ, ਤੇ ਉਹਦੇ 'ਚ ਵੀ ਪਾਟੋ ਧਾੜ ਹੋ ਗਈ। ਕੁਝ ਸਿੰਘ 14 ਨੂੰ ਪਹੁੰਚ ਗਏ ਔਰ ਕੁਝ ਜਥੇਬੰਦੀਆਂ ਨੇ ਕਿਹਾ ਕਿ ਨਹੀਂ ਅਸੀਂ ਜੀ 20 ਨੂੰ 17 ਨੂੰ ਜਾਂ 20 ਨੂੰ ਜਾਵਾਂਗੇ, ਮੈਨੂੰ ਤਰੀਕ ਸ਼ੋਰ ਨਹੀਂ ਆ। ਸੋ ਉੱਥੇ ਅਸੀਂ ਪਾਟ ਗਏ। ਹਮੇਸ਼ਾ ਹੀ ਸਾਡੇ ਨਾਲ ਇਹ ਹੁੰਦਾ, ਜਦੋਂ ਅਸੀਂ ਛਿੱਤਰ ਖਾਣੇ ਹੁੰਦੇ ਆ ਅਸੀਂ ਦੋ ਥਾਈਂ ਪਾਟ ਜਾਂਦੇ ਹਾਂ, ਕਿਉਂਕਿ ਸਾਡੇ ਛਿੱਤਰ ਹੀ ਤਾਂ ਪੈਂਦੇ ਆ ਕਿਉਂਕਿ ਅਸੀਂ ਪਾਟ ਜਾਂਦੇ ਹਾਂ। ਏਜੰਸੀਆਂ ਕੋਲ ਸਾਨੂੰ ਪਾੜਨ ਦਾ ਬਹੁਤ ਵਧੀਆ ਹਥਿਆਰ ਆ। ਸਾਡੀ ਹਉਮੈ ਹੈ, ਸਾਡੀ ਜਥੇਬੰਦੀ, ਮੇਰੀ ਜਥੇਬੰਦੀ ਦਾ ਨਾਂ ਪਿੱਛੇ ਰਹਿ ਜਾਊਗਾ, ਮੇਰੀ ਜਥੇਬੰਦੀ ਦਾ ਨਾਂ ਅੱਗੇ ਆ ਜਾਊਗਾ। ਸੋ ਇਹ ਗੱਲਾਂ ਕਰਕੇ ਅਸੀਂ ਪਾਟ ਗਏ। ਉਹ ਇਕੱਠ ਸੀ ਜਿਹੜਾ 2 ਫਾੜ ਹੋ ਗਿਆ। 2 ਫਾੜ ਹੋਣ ਦੇ ਵਿੱਚ ਇਕੱਠ ਕੀ ਹੋਇਆ, ਕੁਝ ਸਿੰਘ 14 ਨੂੰ ਪਹੁੰਚ ਗਏ, 14 ਨੂੰ ਜਾ ਕੇ ਉਹਨਾਂ ਨੇ ਮੋਰਚਾ ਲਾ ਦਿੱਤਾ। ਸਵੇਰੇ ਸਿੰਘ ਪਹੁੰਚੇ, ਉਹਨਾਂ ਨੇ ਮੋਰਚਾ ਲਾਇਆ, ਧੱਕਾ ਮੁੱਕੀ ਹੋਈ ਸ਼੍ਰੋਮਣੀ ਕਮੇਟੀ ਦੇ ਜਿਹੜੇ ਕੁਝ ਮੁਲਾਜ਼ਮਾਂ ਦੇ ਨਾਲ ਉਹਨਾਂ ਦੀ। ਸੋ ਧੱਕਾ ਮੁੱਕੀ ਤੋਂ ਬਾਅਦ ਸਿੰਘ ਉੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਅੱਗੇ ਪਹੁੰਚ ਜਾਂਦੇ ਆ ਔਰ ਦਫ਼ਤਰ ਦੇ ਗੇਟ ਬੰਦ ਕਰ ਲਏ ਜਾਂਦੇ ਆ। ਰਾਤ ਨੂੰ ਕੀ ਹੋਇਆ, ਸਿੰਘਾਂ ਦੀ ਘੇਰਾਬੰਦੀ ਕਰ ਲਈ ਜਾਂਦੀ ਹੈ ਸ਼੍ਰੋਮਣੀ ਕਮੇਟੀ ਵੱਲੋਂ। ਜਿੱਥੇ ਸਿੰਘ ਬੈਠੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ, ਉਹਦੇ ਬਿਲਕੁਲ ਸਾਹਮਣੇ ਮੰਜੀ ਸਾਹਿਬ ਨੂੰ ਰਸਤਾ ਜਾਂਦਾ, ਉਹਨੂੰ ਵੀ ਵਾੜ ਲਾ ਕੇ ਲੋਹੇ ਦੀਆਂ ਚਾਦਰਾਂ ਦੀ ਬੰਦ ਕਰ ਦਿੱਤਾ ਜਾਂਦਾ। ਦੂਸਰਾ ਰਸਤਾ ਜਿਹੜਾ ਗੁਰੂ ਅਰਜਨ ਦੇਵ ਨਿਵਾਸ ਵੱਲ ਦੀ ਲੰਗਰ ਹਾਲ ਵਾਲੇ ਪਾਸੇ ਦੀ ਜਾਂਦਾ, ਉਹਨੂੰ ਵੀ ਲੋਹੇ ਦੀਆਂ ਚਾਦਰਾਂ ਲਾ ਕੇ ਸੀਲ ਕਰ ਦਿੱਤਾ ਜਾਂਦਾ। ਔਰ ਤੀਸਰਾ ਬਾਬਾ ਅਟਲ ਰਾਏ ਜੀ ਦੇ ਸਥਾਨ ਤੋਂ ਜਿਹੜਾ ਅੰਦਰ ਨੂੰ ਐਂਟਰੀ ਪੁਆਇੰਟ ਆ, ਉਹਨੂੰ ਵੀ ਲੋਹੇ ਦੀਆਂ ਚਾਦਰਾਂ ਲਾ ਕੇ ਔਰ ਖੰਭੇ ਗੱਡ ਕੇ ਉਹਨੂੰ ਸੀਲ ਕਰ ਦਿੱਤਾ ਜਾਂਦਾ ਕਿ ਨਾ ਉੱਥੋਂ ਕੋਈ ਬਾਹਰ ਆਵੇ ਨਾ ਕੋਈ ਅੰਦਰ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਉੱਥੇ ਬੈਠੇ ਸਿੰਘਾਂ ਦੀ ਘੇਰਾਬੰਦੀ ਕਰ ਲਈ ਜਾਂਦੀ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ।
ਸੋ ਅੱਜ ਫੇਰ ਸਿੰਘ ਸਵੇਰ ਤੋਂ, ਕਿਉਂਕਿ ਜਿਹਦੇ ਸਿੰਘ ਸਵੇਰ ਦੇ ਆਏ ਸੀ ਰਾਤ ਤੱਕ ਉਹ ਚਲੇ ਜਾਂਦੇ ਆਪਣੇ ਆਪਣੇ ਥਾਂ ਵੀ ਸਵੇਰ ਨੂੰ ਫੇਰ ਆ ਜਾਾਂਗੇ, ਪਰ ਸਵੇਰ ਨੂੰ ਸ਼੍ਰੋਮਣੀ ਕਮੇਟੀ ਆਪਣੀ ਟਾਸਕ ਫੋਰਸ ਲਾ ਕੇ ਸਿੰਘਾਂ ਨੂੰ ਐਂਟਰੀ ਨਹੀਂ ਦਿੰਦੀ। ਬਹੁਤ ਥੋੜ੍ਹੇ ਸਿੰਘਾਂ ਨੂੰ ਅੰਦਰ ਐਂਟਰ ਕਰਨ ਦਿੱਤਾ ਜਾਂਦਾ। ਜਦੋਂ ਸਿੰਘ ਕੁਝ ਜੋਸ਼ ਖਰੋਸ਼ ਦੇ ਨਾਲ ਅੰਦਰ ਐਂਟਰ ਹੋ ਜਾਂਦੇ ਆ ਤਾਂ ਸ਼੍ਰੋਮਣੀ ਕਮੇਟੀ ਆਪਣੀ ਟਾਸਕ ਫੋਰਸ ਦੇ ਰਾਹੀਂ ਸਿੰਘਾਂ ਦੇ ਉੱਤੇ ਹਮਲਾ ਕਰਦੀ ਆ, ਜਿਹਦੇ ਕਰਕੇ ਇੱਕ 80 ਸਾਲ ਦੇ ਨੇੜੇ ਨਿਹੰਗ ਸਿੰਘ ਬਜ਼ੁਰਗ ਮਹਾਕਾਲ ਸਿੰਘ ਆ, ਜਿਹਦੇ ਸਿਰ ਤੇ ਫਰਲਾ ਮਹਾਕਾਲ ਸਿੰਘ ਦੀ ਨਿਸ਼ਾਨੀ ਆ, ਉਹਨੂੰ ਘੇਰ ਕੇ ਸ਼੍ਰੋਮਣੀ ਕਮੇਟੀ ਦੇ 15 ਬੁੱਚੜ ਉਸ ਮਹਾਕਾਲ ਸਿੰਘ ਨੂੰ ਘੇਰ ਕੇ ਉਹਦਾ ਦਮਾਲਾ ਜਿਹੜਾ ਉਹ ਵਧਾ ਦਿੰਦੇ ਆ, ਉਹਦੇ ਦਮਾਲੇ ਦੀ ਬੇਅਦਬੀ ਕਰਦੇ ਆ। ਸੋ ਇਸ ਗੱਲ ਦੇ ਉੱਤੇ ਮੈਂ ਆਪਣੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਰੋੜਾਂ ਵਾਰ ਲਾਹਨਤ ਭੇਟ ਕਰਦਾ, ਭਾਵੇਂ ਕਿ ਉਹ ਸਾਡੀ ਸਭ ਤੋਂ ਸ਼੍ਰੋਮਣੀ ਸੰਸਥਾ ਹੈ, ਪਰ ਮੈਂ ਉਹਨੂੰ ਆਪਣੇ ਵੱਲੋਂ ਕਰੋੜਾਂ ਲਾਹਨਤਾਂ ਭੇਟ ਕਰਦਾ ਇੱਕ ਮਹਾਕਾਲ ਸਿੰਘ ਦੇ ਫਰਲੇ ਦੀ ਬੇਅਦਬੀ ਕਰਨ ਕਰਕੇ। ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਮਹਾਕਾਲ ਸਿੰਘਾਂ ਦੇ ਫਰਲੇ ਦੀ ਮਰਿਆਦਾ ਕੀ ਆ, ਉਹ ਆਪਣੇ ਫਰਲੇ ਨੂੰ ਕਿੰਨਾ ਸਤਿਕਾਰ ਦਿੰਦੇ ਆ, ਕੀ ਮਾਣ ਦਿੰਦੇ ਆ, ਸ਼ਾਇਦ ਤੁਹਾਨੂੰ ਇਸ ਗੱਲ ਦਾ ਅਹਿਸਾਸ ਨਾ ਹੋਵੇ। ਪਰ ਤੁਸੀਂ ਪੁੱਛ ਕੇ ਦੇਖੋ ਇੱਕ ਸਿੱਖ ਵਾਸਤੇ ਦਸਤਾਰ ਦੀ, ਫਰਲੇ ਦੀ, ਦੁਮਾਲੇ ਦੀ ਕੀਮਤ ਕੀ ਆ। ਜੇ ਇਸ ਗੱਲ ਨੂੰ ਸ਼੍ਰੋਮਣੀ ਕਮੇਟੀ ਨਹੀਂ ਸਮਝੂਗੀ ਤਾਂ ਹੋਰ ਕੌਣ ਸਮਝੂਗਾ। ਇਹ ਪਹਿਲੀ ਵਾਰ ਨਹੀਂ ਹੋਇਆ। ਮੈਂ ਇੱਕ ਗੱਲ ਹੋਰ ਕਲੀਅਰ ਕਰਨਾ ਚਾਹੁੰਦਾ, ਹਰ ਸਾਲ 6 ਜੂਨ ਨੂੰ ਇਹੀ ਕੁਝ ਅਕਾਲ ਤਖਤ ਸਾਹਿਬ ਤੇ ਹੁੰਦਾ, ਪਰ ਉਦੋਂ ਸਾਨੂੰ ਨਾਂ ਦਿੱਤਾ ਜਾਂਦਾ ਜੀ ਇਹ ਖਾਲਿਸਤਾਨੀ ਉਗਰਵਾਦੀ ਆ, ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਆ, ਇਹ ਮਾਨਦਲਗੇ ਆ, ਇਹ ਦਲ ਖਾਲਸੇ ਵਾਲੇ ਆ, ਸਾਨੂੰ ਉੱਥੇ ਵੰਡ ਦਿੱਤਾ ਜਾਂਦਾ ਕਿ ਇਹ ਜੀ ਗਰਮ ਖਿਆਲੀ ਆ, ਇਹਨਾਂ ਦਾ ਕੰਮ ਹਰਮੰਦਰ ਸਾਹਿਬ ਦਾ ਮਾਹੌਲ ਖਰਾਬ ਕਰਨਾ, ਇਹ ਹਰ ਵਾਰ ਮਾਹੌਲ ਖਰਾਬ ਕਰਦੇ ਆ, ਇਸ ਕਰਕੇ ਇਹਨਾਂ ਦੀ ਟਾਸਕ ਫੋਰਸ ਨਾਲ ਲੜਾਈ ਹੁੰਦੀ ਆ। ਸੋ ਅਸੀਂ ਸਿੱਖ ਕਹਿੰਦੇ ਵੀ ਹਾਂ ਹੋ ਸਕਦਾ ਇਹਨਾਂ ਨੇ ਗੜਬੜ ਕੀਤੀ ਹੋਵੇ। ਸੋ ਉਹ ਭਾਵੇਂ ਕੋਈ ਸ਼ਰਾਰਤੀ ਵੀ ਹੋਵੇ, ਸ਼੍ਰੋਮਣੀ ਕਮੇਟੀ ਜਿਹਦਾ ਕੰਮ ਸਿੱਖਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨ੍ਹਣਾ, ਜਿਹੜੇ ਸਾਡੇ ਨੌਜਵਾਨ ਆ ਮੁੱਖ ਧਾਰਾ ਤੋਂ ਦੂਰ ਜਾ ਚੁੱਕੇ ਆ, ਸਹਿਜਧਾਰੀ ਸਿੰਘ ਨੇ ਜਾਂ ਜਿਹੜੇ ਦਸਤਾਰਾਂ ਨਹੀਂ ਸਜਾਉਂਦੇ, ਉਹਨਾਂ ਨੂੰ ਪ੍ਰੇਰ ਕੇ ਦਸਤਾਰਾਂ ਸਜਾਉਣ ਵੱਲ ਪ੍ਰੇਰਿਤ ਕਰਨਾ ਸ਼੍ਰੋਮਣੀ ਕਮੇਟੀ ਦਾ ਫਰਜ਼ ਸੀ, ਜਿਹੜਾ ਕਿ ਸ਼੍ਰੋਮਣੀ ਕਮੇਟੀ ਇਹਦੇ ਉਲਟ ਅੰਮ੍ਰਿਤਧਾਰੀ ਸਿੰਘਾਂ ਦੀਆਂ ਦਸਤਾਰਾਂ ਲਾ ਕੇ ਪੂਰਾ ਕਰ ਰਹੀ ਆ। ਸੋ ਹਰ ਸਾਲ 6 ਜੂਨ ਨੂੰ ਇਹ ਕਰਦੇ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਜ ਤੱਕ ਕਦੇ ਇਸ ਚੀਜ਼ ਦਾ ਨੋਟਿਸ ਨਹੀਂ ਲਿਆ ਕਿ ਚਲੋ ਭਾਵੇਂ ਹੁੱਲੜਬਾਜ਼ ਆ, ਭਾਵੇਂ ਕੋਈ ਵੀ ਆ, ਪਰ ਕਿਸੇ ਦੀ ਦਸਤਾਰ ਲਾਉਣ ਦਾ ਤੁਹਾਨੂੰ ਹੱਕ ਨਹੀਂ ਹੈ। ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਜੀ ਨੇ ਅੱਜ ਤੱਕ ਨਹੀਂ ਪੁੱਛਿਆ, ਔਰ ਐਤਕੀ ਵੀ ਉਹੀ ਹੋਇਆ। ਹੁਣ ਅੱਜ ਸ਼੍ਰੋਮਣੀ ਕਮੇਟੀ ਦੇ ਹੌਸਲੇ ਨੇ, ਤੁਸੀਂ ਉਹ ਜੇ 1.5 ਪੌਣੇ 2 ਮਿੰਟ ਦੀ ਵੀਡੀਓ ਦੇਖੋਗੇ, ਉਹਦੇ 'ਚ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਸਤਨਾਮ ਵਾਹਿਗੁਰੂ ਤੋਂ ਬਿਨਾਂ ਸਾਡੇ ਮੂੰਹ ਤੋਂ ਕਦੇ ਤੀਸਰਾ ਲਫ਼ਜ਼ ਨਹੀਂ ਨਿਕਲਦਾ। ਉੱਥੇ ਸ਼੍ਰੋਮਣੀ ਕਮੇਟੀ ਵਾਲੇ ਉਸੇ ਹੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ, ਉਸੇ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਸਿੰਘਾਂ ਨੂੰ ਕੱਢਦੇ ਆ, ਔਰ ਸਿੰਘਾਂ ਤੇ ਤਸ਼ੱਦਦ ਕਰਦੇ ਆ। ਕਿਸੇ ਇੱਕ ਨੌਜਵਾਨ ਤੇ ਤਸ਼ੱਦਦ ਹੋਇਆ, ਉਹਦੇ ਨਲਾਂ ਤੇ ਲੱਤਾਂ ਮਾਰੀਆਂ ਗਈਆਂ, ਉਹਦੇ ਗੁਪਤ ਥਾਵਾਂ ਤੇ ਲੱਤਾਂ ਮਾਰੀਆਂ ਗਈਆਂ, ਸੋਟੀਆਂ ਨਾਲ ਇੱਦਾਂ ਕੁੱਟਿਆ ਗਿਆ ਜਿਵੇਂ ਜੱਟ ਝੋਟੇ ਨੂੰ ਕੁੱਟਦੇ ਹੁੰਦੇ ਆ। ਸੋ ਇਹ ਹਾਲ ਸਾਡੇ ਸ਼੍ਰੋਮਣੀ ਕਮੇਟੀ ਦੇ ਬੁੱਚੜਾਂ ਦਾ ਹੋ ਚੁੱਕਿਆ। ਮੈਂ ਬੁੱਚੜ ਕਹੂੰਗਾ, ਮੈਨੂੰ ਕੋਈ ਸੰਕੋਚ ਨਹੀਂ ਇਸ ਗੱਲ ਤੇ, ਚਾਹੇ ਕੋਈ ਮੇਰਾ ਵਿਰੋਧ ਕਰੇ, ਮੇਰੇ ਨਾਲ ਹੋਵੇ ਜਾਂ ਨਾ ਹੋਵੇ, ਪਰ ਜਿਹੜੇ ਰਾਹ ਤੇ ਅੱਜ ਸ਼੍ਰੋਮਣੀ ਕਮੇਟੀ ਤੁਰ ਪਈ ਆ, ਕਿੰਨੇ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਕਿੰਨੇ ਪਖੰਡੀਆਂ ਤੋਂ ਬਦਲਾ ਲਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਬਈ ਕਿੰਨੇ ਥਾਵਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਣ ਵਾਲੇ ਆ, ਜਾਂ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦੇ ਖਿਲਾਫ ਬੋਲਣ ਵਾਲੇ ਕਿੰਨੇ ਬੈਠੇ ਆ। ਕਿਹਦੇ ਖਿਲਾਫ ਅੱਜ ਤਾਈਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਮੋਰਚਾ ਲਾਇਆ? ਜੇ ਇੱਕ ਦੇ ਖਿਲਾਫ ਵੀ ਲਾਇਆ ਹੋਵੇ ਤਾਂ ਦੱਸੋ। ਸਿੱਖਾਂ ਨੂੰ ਕੁੱਟਣ ਲਈ ਇਹ ਮੋਹਰੀ ਆ, ਸਿੱਖਾਂ ਦੀਆਂ ਦਸਤਾਰਾਂ ਲਾਉਣ ਲਈ ਇਹ ਮੋਹਰੀ ਆ। ਸੋ ਇਹ ਕੁਝ ਹੋਇਆ, ਸਿੰਘਾਂ ਨੂੰ ਘੇਰ ਕੇ ਕੁੱਟਿਆ ਗਿਆ ਸਿੰਘਾਂ ਦੇ। ਔਰ ਮੈਂ ਇਸ ਤੇ ਮੈਂ ਨਿਹੰਗ ਸਿੰਘ ਸੰਪਰਦਾਵਾਂ ਦੇ ਵਿੱਚੋਂ ਮੁਖੀ ਆ ਜਿਹੜਾ ਬੁੱਢਾ ਦਲ ਸਾਡਾ ਦਲ ਪੰਥ ਆ, ਉਹਨਾਂ ਨੂੰ ਮੈਂ ਹੱਥ ਜੋੜ ਕੇ ਬਾਬਾ ਬਲਵੀਰ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਇੱਕ ਨਿਹੰਗ ਸਿੰਘ ਦੇ ਫਰਲੇ ਦੀ ਬੇਅਦਬੀ ਕੀਤੀ ਹੈ ਸ਼੍ਰੋਮਣੀ ਕਮੇਟੀ ਵਾਲਿਆਂ ਨੇ। ਸੋ ਹੁਣ ਇਹਨਾਂ ਨੂੰ ਇਹ ਦਿਖਾਉਣ ਦਾ ਸਮਾਂ ਆ ਗਿਆ ਕਿ ਫਰਲੇ ਵਾਲੇ ਕਰ ਕੀ ਸਕਦੇ ਆ। ਇਹ ਸਾਨੂੰ ਅੱਜ ਤੱਕ ਭੰਗ ਪੀਣੇ ਆ ਜੀ, ਇਹ ਭੰਗ ਘੋਟ ਕੇ ਸੁੱਤੇ ਰਹਿੰਦੇ ਆ ਜੀ, ਇਹ ਘੋੜਿਆਂ ਤੇ ਚੜ੍ਹੀ ਜਾਂਦੇ, ਇਹੀ ਸਮਝਿਆ ਇਹਨਾਂ ਨੇ ਅੱਜ ਤੱਕ। ਇਸੇ ਕਰਕੇ ਦਮਾਲਾ ਉਛਾਲਿਆ ਨਾ ਸਿੰਘ ਦਾ। ਸੋ ਮੈਂ ਇਹ ਬੇਨਤੀ ਕਰਦਾ ਨਿਹੰਗ ਸਿੰਘਾਂ ਨੂੰ ਵੀ ਜੇ ਅਸੀਂ ਅਸਲੇ ਦੇ ਹੋਈਏ ਨਾ, ਗੁਰੂ ਗੋਬਿੰਦ ਸਿੰਘ ਦੇ ਪੁੱਤ ਹੋਈਏ, ਬਾਬੇ ਫਤਿਹ ਸਿੰਘ ਦੇ ਵਾਰਸ ਹੋਈਏ, ਅਸੀਂ ਇਹਨਾਂ ਨੂੰ ਦਰਸਾ ਦਈਏ ਕਿ ਦਮਾਲੇ ਨੂੰ ਹੱਥ ਪਾਉਣ ਵਾਲੇ ਦਾ ਹਸ਼ਰ ਕੀ ਹੁੰਦਾ। ਔਰ ਦੂਸਰੀ ਮੇਰੀ ਬੇਨਤੀ ਸਮੁੱਚੀ ਸਿੱਖ ਕੌਮ ਨੂੰ ਵੀ ਆ। ਅੱਜ ਇੱਕ ਸਿੰਘ ਦੇ ਦਮਾਲੇ ਦੀ ਬੇਅਦਬੀ ਹੋਈ ਆ, ਹਰ ਸਾਲ 6 ਜੂਨ ਨੂੰ ਸਿੰਘਾਂ ਦੀਆਂ ਦਸਤਾਰਾਂ ਦੀ ਬੇਅਦਬੀ ਕਰਦੇ ਆ ਸ਼੍ਰੋਮਣੀ ਕਮੇਟੀ ਵਾਲੇ, ਦਸਤਾਰਾਂ ਲਾਉਂਦੇ ਆ। ਸੋ ਇਹਨਾਂ ਤੋਂ ਹਿਸਾਬ ਕੌਣ ਮੰਗੂਗਾ ਇਸ ਚੀਜ਼ ਦਾ?
ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੋਂ, ਗੁੰਡਾ ਬ੍ਰਿਗੇਡ ਤੋਂ ਇਹ ਹਿਸਾਬ ਕੌਣ ਮੰਗੂਗਾ ਇਹਨਾਂ ਤੋਂ ਕਿ ਤੁਹਾਨੂੰ ਕਿਹਨੇ ਹੱਕ ਦਿੱਤਾ ਕਿਸੇ ਸਿੰਘ ਦੀ ਦਸਤਾਰ ਨੂੰ ਹੱਥ ਪਾਉਣ ਦਾ ਤੇ ਸਿੰਘ ਦੀ ਦਸਤਾਰ ਲਾਉਣ ਦਾ? ਇਹ ਕਿਸੇ ਕੋਲ ਹੱਕ ਹੈ, ਭਾਵੇਂ ਉਹ ਸਿੰਘ ਆਪਣੇ ਆਪ 'ਚ ਪੂਰਾ ਹੈ ਜਾਂ ਅਧੂਰਾ ਹੈ, ਗੁਰੂ ਜਾਣਦਾ ਪੂਰਾ ਕੌਣ ਹੈ ਇੱਥੇ ਤੇ ਅਧੂਰਾ ਕੌਣ ਹੈ। ਪਰ ਕਿਸੇ ਨੂੰ, ਮੈਨੂੰ ਕੀ ਹੱਕ ਆ ਕਿ ਮੈਂ ਕਿਸੇ ਦੀ ਦਸਤਾਰ ਉਛਾਲ ਸਕਾਂ? ਇਹ ਸਿੱਖ ਇੱਕ ਜਿਹੜਾ ਸਿੱਧਾ ਸਿੰਘਾਂ ਤੇ ਇਲਜ਼ਾਮ ਲਾਇਆ ਜਾ ਰਿਹਾ ਜੀ, ਉੱਥੇ ਮਰਿਆਦਾ, ਕੋਈ ਮਰਿਆਦਾ ਭੰਗ ਨਹੀਂ ਕੀਤੀ। ਸਿੰਘ ਬਾਹਰ ਬੈਠੇ ਸੀ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਮੂਹਰੇ ਬੈਠੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੀ, ਜਾਪ ਕਰਦੇ ਸਿੰਘਾਂ ਦੇ ਉੱਤੇ। ਜਦੋਂ ਇਹਨਾਂ ਨੇ ਉਹਨਾਂ ਨੂੰ ਵੱਧ ਘੱਟ ਬੋਲਿਆ, ਫਿਰ ਸਿੰਘਾਂ ਨੂੰ ਵੀ ਜੋਸ਼ ਆ ਗਿਆ, ਸਿੰਘਾਂ ਨੇ ਅੱਗੋਂ ਸ਼ਸਤਰ ਕੱਢ ਲਏ। ਪਹਿਲਾ ਹਮਲਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਕੀਤਾ, ਸਿੰਘਾਂ ਨੇ ਜਿੰਨਾ ਕੁ ਜਵਾਬ ਦੇ ਸਕਦੇ ਸੀ ਉਹ ਦਿੱਤਾ ਉਹਨਾਂ ਨੇ। ਠੀਕ ਆ, ਜੇ ਇਹਨਾਂ ਦੀ ਲੜਾਈ ਹੋਈ ਸੀ ਭਾਈ, ਲੜਦੇ, ਕੋਈ ਗੱਲ ਨਹੀਂ ਸੀ। ਸਿੰਘਾਂ ਦੀ ਮਾਰ ਕੁਟਾਈ ਕਰਦੇ, ਕੋਈ ਗੱਲ ਨਹੀਂ ਸੀ। ਇੱਕ ਤਾਂ ਸ਼ਹੀਦ ਵੀ ਕਰ ਦਿੰਦੇ, ਕੋਈ ਗੱਲ ਨਹੀਂ ਸੀ। ਪਰ ਸਿੰਘ ਦੀ ਦਸਤਾਰ ਲਾਉਣੀ, ਇਹ ਰੋਣੇ ਅਸੀਂ ਰੋਂਦੇ ਹਾਂ ਅੱਜ। ਜੇ ਅੱਜ ਸੰਤ ਜਰਨੈਲ ਸਿੰਘ ਹੁੰਦੇ, ਮੈਨੂੰ ਲਾਈਵ ਆਉਣ ਦੀ ਲੋੜ ਨਹੀਂ ਸੀ ਪੈਣੀ, ਨਾ ਹੀ ਤੁਹਾਨੂੰ ਖਬਰਾਂ ਲਵਾਉਣ ਦੀ ਲੋੜ ਪੈਣੀ ਸੀ। ਦਸਤਾਰ ਲਾਉਣ ਵਾਲਿਆਂ ਦੇ ਸਿਰ ਅੱਜ ਨਾਲੀਆਂ 'ਚ ਰੁਲਦੇ ਹੋਣੇ ਸੀ। ਇਹ ਦੁੱਖ ਆ ਸਾਨੂੰ ਇਸ ਗੱਲ ਦਾ। ਅਸੀਂ ਲੋਕਾਂ ਨੂੰ ਮਿੰਨਤਾਂ ਕਰ ਕਰਕੇ ਨੌਜਵਾਨਾਂ ਨੂੰ ਪੱਗਾਂ ਬਣਾਉਂਦੇ ਆ ਵੀ ਤੁਸੀਂ ਦਸਤਾਰਾਂ ਬੰਨੋ, ਤੁਸੀਂ ਸਿੱਖਾਂ, ਤੁਸੀਂ ਦਸਤਾਰਾਂ ਬੰਨੋ। ਤੇ ਸਾਨੂੰ ਨੌਜਵਾਨ ਸਵਾਲ ਨਹੀਂ ਕਰਨਗੇ ਵੀ ਤੁਸੀਂ ਤਾਂ ਸਾਨੂੰ ਆ ਕੇ ਕਹਿੰਦੇ ਦਸਤਾਰਾਂ ਬੰਨੋ ਤੇ ਲਵਾਉਣੀਆਂ ਟਾਸਕ ਫੋਰਸ ਤੋਂ, ਸਾਡੀ ਤੋਂ। ਜਥੇਦਾਰ ਜੀ ਨੇ ਬਿਆਨ ਦਿੱਤਾ, ਬੜਾ ਸੋਹਣਾ ਬਿਆਨ ਦਿੱਤਾ ਖਾਲਿਸਤਾਨ ਦੇ ਹੱਕ 'ਚ। ਮੈਂ ਪੁਰਜ਼ੋਰ ਹਮਾਇਤ ਕਰਦਾ ਜਥੇਦਾਰ ਜੀ ਦੇ ਬਿਆਨ ਦੀ। ਖਾਲਸਾ ਰਾਜ ਬਣਨਾ ਚਾਹੀਦਾ, ਕੋਈ ਹੱਕ ਨਹੀਂ। ਪਰ ਜਥੇਦਾਰ ਜੀ, ਕੀ ਖਾਲਸੇ ਰਾਜ 'ਚ ਅਸੀਂ ਰੱਖਣੇ ਗੰਜੇ ਰੱਖਣੇ ਖਾਲਿਸਤਾਨ 'ਚ? ਮੋਨੇ ਕੋਨੇ ਰੱਖਣੇ ਖਾਲਿਸਤਾਨ 'ਚ? ਪੱਗਾਂ ਵਾਲਾ ਤਾਂ ਤੁਸੀਂ ਛੱਡਣਾ ਹੀ ਕੋਈ ਨਹੀਂ, ਪੱਗਾਂ ਤਾਂ ਸਾਰਿਆਂ ਦੀਆਂ ਲਾ ਲੈਣੀਆਂ। ਤੇ ਖਾਲਿਸਤਾਨ 'ਚ ਰੋਡੇ ਰੱਖਣੇ, ਸਾਰੇ ਰੋਡੇ ਹੀ ਰੱਖੋਗੇ ਨਾ ਖਾਲਿਸਤਾਨ 'ਚ, ਫਿਰ ਕਿਉਂ ਪੱਗਾਂ ਤਾਂ ਤੁਸੀਂ ਸਾਰਿਆਂ ਦੀਆਂ ਲਾ ਲੈਣੀਆਂ। ਸੋ ਅਸੀਂ ਥੋੜ੍ਹੀ ਬਹੁਤੀ ਸ਼ਰਮ ਨੂੰ ਹੱਥ ਮਾਰ ਗਏ। ਸਾਡੀਆਂ ਉੱਚ ਸੰਸਥਾਵਾਂ ਤੇ ਬੈਠੇ ਜਿਹੜੇ ਉਹ ਸ਼ਰਮ ਕਰਨ ਇਸ ਗੱਲ ਤੇ। ਡੁੱਬ ਕੇ ਮਰ ਜਾਣਾ ਚਾਹੀਦਾ ਹਰ ਇੱਕ ਸਿੱਖ ਨੂੰ ਵੀ ਸਿੱਖ ਦੀ ਦਸਤਾਰ ਨੂੰ ਹੱਥ ਪਿਆ ਹੋਵੇ ਤੇ ਸਿੱਖ ਫੇਰ ਵੀ ਦਸਤਾਰ ਲਾਉਣ ਵਾਲੇ ਨੂੰ ਕਹਿਣ ਵੀ ਬੱਲੇ ਤੇਰੇ, ਤੂੰ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਦੀ ਰਾਖੀ ਕੀਤੀ ਆ, ਇਹ ਪ੍ਰਕਰਮਾਂ ਦੀ ਬੁਰਛਾਗਰਦੀ ਕਰਨ ਆਏ ਸੀ ਜਿਨ੍ਹਾਂ ਦੀਆਂ ਤੂੰ ਪੱਗਾਂ ਲਾਈਆਂ। ਇਹਨੂੰ ਵੱਧ ਡੁੱਬ ਕੇ ਮਰਨ ਵਾਸਤੇ ਸਾਡੇ ਕੋਲ ਮੁਕਾਮ ਹੋਰ ਹੈ ਨਹੀਂ ਕੋਈ। ਸੋ ਇਹ ਬੜੇ ਦੁੱਖ ਨਾਲ ਮੈਂ ਜਥੇਦਾਰ ਜੀ ਨੂੰ ਪੱਤਰ ਵੀ ਲਿਖਿਆ ਅੱਜ। ਮੈਨੂੰ ਜਥੇਦਾਰ ਜੀ ਦਾ ਕੋਈ ਕੰਟੈਕਟ ਨੰਬਰ ਨਹੀਂ ਮਿਲਿਆ। ਮੈਂ ਈਵਨ ਕਿ ਮੈਂ ਅਕਾਲ ਤਖਤ ਸਾਹਿਬ ਦੀ ਮੇਲ ਆਈਡੀ ਵੀ ਲੱਭਦਾ ਰਿਹਾ ਕਿ ਮੈਂ ਉਹਨਾਂ ਨੂੰ ਉਹ ਪੱਤਰ ਮੇਲ ਕਰਾਂ, ਪਰ ਮੈਨੂੰ ਮੇਲ ਆਈਡੀ ਵੀ ਨਹੀਂ ਮਿਲੀ। ਜਥੇਦਾਰ ਜੀ ਦੇ ਮੈਂ ਨੰਬਰ 1-2 ਪ੍ਰਾਪਤ ਕੀਤੇ, ਸਿੰਘਾਂ ਤੋਂ ਬੰਦ ਆ ਰਹੀ ਸੀ, WhatsApp ਉਹਨਾਂ ਦਾ ਬੰਦ ਆ ਰਿਹਾ ਸੀ। ਸੋ ਮੈਂ ਪੱਤਰ ਲਿਖਿਆ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿ ਜੇ ਤੁਹਾਨੂੰ ਸਾਡੇ ਸਿਰਾਂ ਤੇ ਪੱਗਾਂ ਨਹੀਂ ਚੰਗੀਆਂ ਲੱਗਦੀਆਂ, ਤੁਸੀਂ ਟਾਸਕ ਫੋਰਸ ਦੇ ਰਾਹੀਂ ਪੱਗਾਂ ਲਵਾਉਣਾ ਚਾਹੁੰਦੇ ਹੋ, ਤਾਂ ਜਥੇਦਾਰ ਜੀ ਸਾਨੂੰ ਮਿਲਣ ਦਾ ਟਾਈਮ ਦਿਓ, ਅਸੀਂ ਆਪ ਆ ਕੇ ਆਪਣੀਆਂ ਪੱਗਾਂ ਲਾ ਕੇ ਤੁਹਾਡੇ ਕੋਲੇ ਰੱਖ ਦਾਂਗੇ, ਜੇ ਤੁਸੀਂ ਸਾਡੀ ਪੱਗ ਲਾਉਣੀ ਚਾਹੁੰਦੇ ਹੋ ਤਾਂ। ਕਿਉਂਕਿ ਜਥੇਦਾਰ ਦਾ ਫਰਜ਼ ਹੁੰਦਾ ਕੌਮ ਦੀ ਪੱਗ ਸੰਭਾਲਣੀ। ਜੇ ਜਥੇਦਾਰ ਹੀ ਇਹਨਾਂ ਨੂੰ ਸਵਾਲ ਨਹੀਂ ਕਰੂਗਾ ਕਿ ਤੁਸੀਂ ਪੱਗਾਂ ਲਾਉਣ ਵਾਲੇ ਕੌਣ ਹੁੰਦੇ ਹੋ, ਤਾਂ ਫਿਰ ਸਾਨੂੰ ਦੁੱਖ ਨਾਲ ਕਹਿਣਾ ਪਊਗਾ ਕਿ ਕਿਤੇ ਸਾਡਾ ਜਥੇਦਾਰ ਵੀ ਉਹਨਾਂ ਦੇ ਨਾਲ ਸਾਡੀਆਂ ਪੱਗਾਂ ਲਵਾਉਣ ਦੇ ਵਿੱਚ ਸ਼ਰੀਕ ਤਾਂ ਨਹੀਂ, ਜੇ ਜਥੇਦਾਰ ਉਹਨਾਂ ਨੂੰ ਸਵਾਲ ਨਹੀਂ ਕਰਦਾ। ਸੋ ਸਾਡਾ ਇਹ ਪੁਰਜ਼ੋਰ ਰੋਸ ਆ। ਅਸੀਂ ਇਸ ਚੀਜ਼ ਦਾ ਇੰਤਜ਼ਾਰ ਕਰਾਂਗੇ ਕਿ ਜਥੇਦਾਰ ਸਾਹਿਬ ਉਹਨਾਂ ਤੇ ਜਿਨ੍ਹਾਂ ਨੇ ਪੱਗਾਂ ਲਾਈਆਂ ਆ ਉਹਨਾਂ ਤੇ ਕਾਰਵਾਈ ਕਰਨ, ਸ਼੍ਰੋਮਣੀ ਕਮੇਟੀ ਚੋਂ ਸਸਪੈਂਡ ਹੋਣ ਹਮੇਸ਼ਾ ਵਾਸਤੇ। ਟਾਸਕ ਫੋਰਸ ਸ਼੍ਰੋਮਣੀ ਕਮੇਟੀ ਦੀ ਆ ਜਿਹੜੀ, ਇਹ ਭੰਗ ਕੀਤੀ ਜਾਵੇ ਹਮੇਸ਼ਾ ਵਾਸਤੇ। ਅਸੀਂ ਇਹ ਜਥੇਦਾਰ ਸਾਹਿਬ ਤੋਂ ਮੰਗ ਕਰਦੇ ਹਾਂ। ਜੇ ਉਹ ਇਹ ਨਹੀਂ ਕਰ ਸਕਦੇ, ਜੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ ਇਹ ਗੁੰਡਾਗਰਦੀ ਤੋਂ ਨਹੀਂ ਰੋਕ ਸਕਦੇ, ਤਾਂ ਮੈਂ ਜਥੇਦਾਰ ਜੀ ਨੂੰ ਬੇਨਤੀ ਕਰਦਾ, ਮੈਂ ਪੱਤਰ ਵੀ ਲਿਖਿਆ ਉਹਨਾਂ ਨੂੰ, ਜਿਹੜਾ ਸ਼ਾਇਦ ਉਹਨਾਂ ਨੂੰ ਮਿਲ ਗਿਆ ਹੋਊਗਾ ਸੋਸ਼ਲ ਮੀਡੀਆ ਰਾਹੀਂ, ਪਰ ਉਹਨਾਂ ਦਾ ਮੈਨੂੰ ਨੰਬਰ ਨਹੀਂ ਮਿਲਿਆ। ਮੈਂ ਉਹਨਾਂ ਨੂੰ ਨਹੀਂ ਮੇਲ ਵੀ ਕਰਨਾ ਸੀ, ਮੈਂ ਬਾਏ ਹੈਂਡ ਜਾ ਕੇ ਵੀ ਉਹਨਾਂ ਨੂੰ ਦੇ ਸਕਦਾ ਉਹ ਪੱਤਰ। ਸੋ ਜੇ ਉਹ ਸਾਡੇ ਸਿਰਾਂ ਤੇ ਪੱਗਾਂ ਉਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ, ਤਾਂ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸਮਾਂ ਦੇਣ ਮਿਲਣ ਦਾ। ਅਸੀਂ ਆਪ ਆ ਕੇ ਪੱਗਾਂ ਤੁਹਾਡੇ ਰੱਖ ਜਾਂਗੇ ਕੋਲ, ਤੁਸੀਂ ਰੱਖ ਲਓ ਪੱਗਾਂ ਜੇ ਤੁਹਾਨੂੰ ਸਾਡੇ ਸਿਰ ਤੇ ਨਹੀਂ ਚੰਗੀਆਂ ਲੱਗਦੀਆਂ। ਪਰ ਧੱਕੇ ਨਾਲ ਸਾਡੇ ਗੁਰੂ ਨੇ ਜੰਝੂ ਨਹੀਂ ਸੀ ਲੈਣ ਦਿੱਤਾ। ਤੁਸੀਂ ਸਿੱਖਾਂ ਦੀਆਂ ਦਸਤਾਰਾਂ ਲਵਾ ਰਹੇ ਆ, ਸਾਡੇ ਗੁਰੂ ਨੇ ਤਾਂ ਜੰਝੂ ਨਹੀਂ ਸੀ ਲੈਣ ਦਿੱਤਾ, ਤੁਸੀਂ ਸਿੱਖਾਂ ਦੀਆਂ ਦਸਤਾਰਾਂ ਲਵਾ ਰਹੇ ਹੋ। ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ, ਗੁਰੂ ਅਰਜਨ ਦੇਵ ਮਹਾਰਾਜ ਦੇ ਦਰ ਤੇ ਸੰਗਤ ਜਦੋਂ ਦਰਸ਼ਨ ਕਰਨ ਆਈ, ਰਾਤ ਦੇ ਸਮੇਂ ਸ਼ਬਦ ਪੜ੍ਹਦੀ ਕਾਬਲ ਦੀ। ਸੰਗਤ ਦਾ ਮਹਾਤਮ ਕੀ ਆ ਗੁਰਸਿੱਖੀ 'ਚ? ਸੰਗਤ ਆਈ ਕਾਬਲ ਦੀ, ਗੁਰੂ ਸਾਹਿਬ ਦੀ ਹਜ਼ੂਰੀ 'ਚ ਸ਼ਬਦ ਪੜ੍ਹਦੀ, ਸਾਰੇ ਬਰਾਜ ਗਏ ਸੀ, ਲੰਗਰ ਸਾਰੇ ਉਦੋਂ ਬੰਦ ਹੋ ਗਏ ਸੀ, ਅੱਧੀ ਰਾਤ ਦਾ ਸਮਾਂ ਸੀ। ਜਦੋਂ ਸੰਗਤ ਪਹੁੰਚੀ, ਬਿਲਕੁਲ ਥੱਕੀ ਹੋਈ ਸੰਗਤ ਆਈ, ਅੱਧੀ ਰਾਤ ਦਾ ਸਮਾਂ, ਗੁਰੂ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਉਠਾਇਆ। ਮਾਤਾ ਜੀ ਨੂੰ ਕਹਿੰਦੇ ਉੱਠੋ, ਅੱਜ ਸਵਾ ਲੁੱਟਣ ਦਾ ਸਮਾਂ ਆ ਗਿਆ। ਮਾਤਾ ਗੰਗਾ ਜੀ ਉੱਠੇ, ਕੜਾਹ ਪ੍ਰਸ਼ਾਦ ਦੀ ਦੇਗ ਬਣਾਈ, ਮਾਤਾ ਗੰਗਾ ਜੀ ਦੇ ਸਿਰ ਤੇ ਰਖਾ ਦਿੱਤੀ ਦੇਗ। ਆਪ ਗੁਰੂ ਸਾਹਿਬ ਨੇ ਪਾਣੀ ਸ਼ੀਤਲ ਦੇ ਘੜੇ ਭਰੇ,
ਆਪਣੇ ਮੋਢਿਆਂ ਦੇ ਉੱਤੇ ਚੱਕ ਕੇ ਗੁਰੂ ਕੀ ਸੰਗਤ ਦੀ ਸੇਵਾ ਲਈ ਚੱਲ ਪਿਆ। ਸੰਗਤ ਪਹਿਲੀ ਵਾਰ ਦਰਸ਼ਨ ਕਰਨ ਆਈ ਸੀ, ਸੰਗਤ ਨੇ ਪਛਾਣਿਆ ਨਹੀਂ ਕਿ ਇਹ ਗੁਰੂ ਅਰਜਨ ਸਾਹਿਬ ਆ। ਸਾਰੀ ਸੰਗਤ ਨੂੰ ਕੜਾਹ ਪ੍ਰਸ਼ਾਦ ਛਕਾਇਆ, ਠੰਡਾ ਜਲ ਛਕਾਇਆ। ਫਿਰ ਜਿਹੜੇ ਬਜ਼ੁਰਗ ਸੀ ਉਹਨਾਂ ਦੀਆਂ ਲੱਤਾਂ ਘੁੱਟਦੇ ਰਹੇ ਰਾਤ ਨੂੰ। ਤੇ ਜਦੋਂ ਉਹ ਸਵੇਰੇ ਕਹਿੰਦੇ ਵੀ ਚਲੋ ਹੁਣ ਆਸਾ ਦੀ ਵਾਰ ਦਾ ਟਾਈਮ ਹੋ ਗਿਆ, ਅਸੀਂ ਦਰਸ਼ਨ ਕਰ ਆਈਏ, ਸਾਰੀ ਸੰਗਤ ਨੂੰ ਇਸ਼ਨਾਨ ਕਰਾਇਆ। ਕਹਿੰਦੇ ਜਾਓ ਹਰਿਮੰਦਰ ਸਾਹਿਬ ਦਰਸ਼ਨ ਕਰਕੇ ਆਓ। ਸੰਗਤ ਨੂੰ ਕਹਿੰਦੇ ਸਾਡੇ ਜੋ ਇੱਕ ਸਿੰਘ ਜੋੜਿਆਂ, ਮਹਾਰਾਜ ਕਹਿੰਦੇ ਮੈਂ ਜੋੜਿਆਂ ਕੋਲ ਬੈਠੂੰਗਾ, ਤੁਸੀਂ ਜਾਓ ਦਰਸ਼ਨ ਕਰ ਆਓ। ਗੁਰੂ ਸਾਹਿਬ ਜੋੜਿਆਂ 'ਚ ਬਹਿ ਗਏ, ਸੰਗਤ ਦਰਸ਼ਨ ਕਰਨ ਆ ਗਈ। ਆਸਾ ਦੀ ਵਾਰ ਦੀ ਚੌਂਕੀ ਸਮਾਪਤ ਹੋ ਗਈ। ਗੁਰੂ ਸਾਹਿਬ ਦਾ ਇੰਤਜ਼ਾਰ ਕਰਨ, ਗੁਰੂ ਸਾਹਿਬ ਆਏ ਨਹੀਂ। ਸਿੰਘ ਕਹਿੰਦੇ ਜੀ ਰਾਤ ਵੇਲੇ ਗਏ ਸੀ ਕਿਤੇ, ਆਏ ਨਹੀਂ ਅਜੇ ਤੱਕ। ਚਿਹਰਾ ਮੂਰਾ ਸੰਗਤ ਕਹਿੰਦੀ ਵੀ ਬਾਬਾ ਬੁੱਢਾ ਜੀ ਨੇ ਪੁੱਛਿਆ ਸੰਗਤ ਨੂੰ ਕਿੱਥੋਂ ਕਾਬਲ ਤੋਂ ਆਏ, ਕਿੱਥੇ ਰਹੇ ਜੀ? ਰਾਤ ਇੱਕ ਸਿੱਖ ਮਿਲਿਆ, ਉਹਨੇ ਬੜੀ ਸੇਵਾ ਕੀਤੀ ਸਾਡੀ। ਸਿੰਘ ਨੇ ਕਿੱਦਾਂ ਦਾ? ਇੱਦਾਂ ਦਾ ਸੀ। ਹੁਣ ਸਿੱਖ ਕਿੱਥੇ ਜੀ? ਸਾਡੇ ਜੋੜਿਆਂ ਦੀ ਰਾਖੀ ਬੈਠਾ। ਬਾਬਾ ਬੁੱਢਾ ਸਾਹਿਬ ਦੌੜੇ, ਪਿੱਛੇ ਹੀ ਸੰਗਤ ਦੌੜੀ। ਜਦੋਂ ਆਏ ਦੇਖਿਆ ਗੁਰੂ ਅਰਜਨ ਦੇਵ ਮਹਾਰਾਜ ਸੰਗਤ ਦੇ ਜੋੜੇ ਸਾਫ਼ ਕਰ ਰਹੇ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੰਗਤ ਆਪ ਜੀ ਦੇ ਦਰਸ਼ਨ ਕਰਨ ਆਈ ਆ, ਤੁਸੀਂ ਇੱਥੇ ਜੋੜਿਆਂ 'ਚ ਬੈਠੇ ਮਹਾਰਾਜ ਕਿਉਂ ਸਾਡੇ ਸੰਗਤ ਦੇ ਸਿਰ ਤੇ ਭਾਰ ਚੜਾਉਂਦੇ? ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਰਹੇ। ਕਹਿੰਦੇ ਮਹਾਰਾਜ ਕੀਤੇ। ਆਹ ਜੋੜਾ ਦੇਖੋ ਖਾਂ ਕਿਹਦਾ? ਜਦੋਂ ਜੋੜਾ ਮਹਾਰਾਜ ਇਹ ਤਾਂ ਗੁਰੂ ਨਾਨਕ ਸਾਹਿਬ ਦਾ ਜੋੜਾ। ਸੰਗਤ ਦੇ ਵਿੱਚੋਂ ਗੁਰੂ ਨਾਨਕ ਦੇਖਿਆ ਗੁਰੂ ਅਰਜਨ ਦੇਵ ਮਹਾਰਾਜ ਨੇ। ਇਹ ਕਿੱਦਾਂ ਦੇ ਮਸੰਦ ਆ ਗਏ ਸਾਡੇ ਗੁਰੂ ਘਰਾਂ 'ਚ ਜਿਨ੍ਹਾਂ ਨੂੰ ਸੰਗਤ 'ਚੋਂ ਗੁਰੂ ਨਾਨਕ ਨਹੀਂ ਦਿਸਦਾ, ਜਾਂ ਇਹਨਾਂ ਦੀਆਂ ਅੱਖਾਂ 'ਚ ਮੋਤੀਆ ਉਤਰਿਆ। ਇਹਨਾਂ ਨੂੰ ਤਾਂ ਸੰਗਤ 'ਚੋਂ ਸਿੱਖ ਨਹੀਂ ਦਿਸਦਾ, ਗੁਰੂ ਤਾਂ ਦਿਸਣਾ ਹੀ ਕੀ ਆ ਇਹਨਾਂ ਨੂੰ। ਆਈ ਹੋਈ ਸੰਗਤ ਦੀਆਂ ਪੱਗਾਂ ਲਾਉਣੀਆਂ, ਆਈ ਹੋਈ ਸੰਗਤ ਤੇ ਕੇਸ ਦਰਜ ਕਰਾਉਣੇ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ। ਇਹ ਕੋਈ ਬਹੁਤੇ ਦਾਨਸ਼ਵੰਦਾਂ ਵਾਲੇ ਕਰਮ ਨਹੀਂ ਹੈ ਸਾਧ ਸੰਗਤ ਜੀ। ਇਹ ਸਾਡੇ ਡੁੱਬ ਕੇ ਮਰਨ ਦੀ ਨਿਸ਼ਾਨੀ ਆ, ਸ਼੍ਰੋਮਣੀ ਕਮੇਟੀ ਵਾਸਤੇ ਵੀ ਔਰ ਸਾਡੇ ਵਾਸਤੇ ਵੀ। ਔਰ ਮੈਂ ਜਹੇਦਾਰ ਜੀ ਨੂੰ ਬੇਨਤੀ, ਇਸੇ ਵਾਸਤੇ ਮੈਂ ਲਾਈਵ ਹੋਇਆ ਕਹਿਣ ਵਾਸਤੇ, ਮੈਂ ਜਹੇਦਾਰ ਜੀ ਨੂੰ ਇਹ ਬੇਨਤੀ ਕਰਦਾ ਸਾਨੂੰ ਮਿਲਣ ਦਾ ਸਮਾਂ ਦਿਓ। ਮੈਂ ਤੁਹਾਨੂੰ ਪੱਤਰ ਲਿਖਿਆ, ਜੇ ਤੁਹਾਨੂੰ ਸਾਡੇ ਸਿਰ ਤੇ ਪੱਗਾਂ ਨਹੀਂ ਚੰਗੀਆਂ ਲੱਗਦੀਆਂ ਅਸੀਂ ਤੁਹਾਨੂੰ ਮਿਲ ਕੇ ਆਪ ਭੇਟ ਕਰ ਦਾਂਗੇ, ਪਰ ਧੱਕੇ ਨਾਲ ਅਸੀਂ ਸਿਰਾਂ ਤੋਂ ਨਹੀਂ ਲਾਉਣ ਦੇਣੀਆਂ ਜਹੇਦਾਰ ਜੀ। ਜੇ ਤੁਸੀਂ ਕਹੋ ਵੀ ਤੁਹਾਡੀ ਗੁੰਡਾ ਬ੍ਰਿਗੇਡ ਧੱਕੇ ਨਾਲ ਸਾਡੇ ਸਿਰਾਂ ਦੇ ਉੱਤੋਂ ਪੱਗਾਂ ਲਾ ਲੂਗੀ, ਇਹ ਨਾ ਅਸੀਂ ਅੱਗੇ ਕਿਤੇ ਲਾਉਣ ਦਿੱਤੀਆਂ ਤੇ ਨਾ ਅੱਗੇ ਲਾਉਣ ਦੇਣਗੇ। ਸਾਡੇ ਗੁਰੂ ਨੇ ਤਾਂ ਜੰਜੂ ਨਹੀਂ ਲੈਣ ਦਿੱਤੇ, ਪੱਗਾਂ ਅਸੀਂ ਕਿਵੇਂ ਲੈ ਲੈਣ ਦੇਵਾਂਗੇ? ਸੋ ਖਾਲਿਸਤਾਨ ਦੀ ਗੱਲ ਕਰਨੀ ਜਾਂ ਇਹ ਗੱਲਾਂ ਕਰਨੀਆਂ ਇਹ ਮਨ ਨੂੰ ਪਰਚਾਉਣ ਲਈ ਚੰਗੀਆਂ ਲੱਗਦੀਆਂ ਜਹੇਦਾਰ ਜੀ। ਪਰ ਜਿਹੜਾ ਸਾਡਾ ਮੁੱਢਲਾ ਸਿਧਾਂਤ ਹੈ, ਜੇ ਇਹੀ ਗੱਲ ਹਿੰਦੂਵਾਦ ਦੀ ਸਰਕਾਰ ਨੇ ਕੀਤੀ ਹੁੰਦੀ ਅਸੀਂ ਪਿੱਟ ਮਰ ਜਾਣਾ ਸੀ। ਹਿੰਦੁਸਤਾਨ ਦੀ ਸਰਕਾਰ ਨੇ ਸਾਡੀਆਂ ਪੱਗਾਂ ਲਾਤੀਆਂ ਜੀ, ਸਾਡੀਆਂ ਪੱਗਾਂ ਲਾਤੀਆਂ ਜੀ ਹਿੰਦੁਸਤਾਨ ਨੇ ਸਾਡੇ ਤੇ। ਹੁਣ ਜਦੋਂ ਪੱਗਾਂ ਵਾਲੇ ਸਾਡੀਆਂ ਪੱਗਾਂ ਲਾਈ ਜਾਂਦੇ ਤਾਂ ਹੁਣ ਕਿਉਂ ਨਹੀਂ ਬੋਲਦੇ ਅਸੀਂ? ਕਿ ਤੰਦੂਆ ਪੈ ਗਿਆ ਜਾਂ ਸਾਡੀ ਜ਼ੁਬਾਨ ਹੀ ਵੱਢੀ ਗਈ ਆ ਜਾਂ ਅਸੀਂ ਬੋਲ ਹੀ ਨਹੀਂ ਸਕਦੇ? ਸੋ ਸਾਧ ਸੰਗਤ ਜੀ ਕਿਸੇ ਤਰ੍ਹਾਂ ਦਾ ਭੈ ਨਹੀਂ ਰੱਖਣਾ ਚਾਹੀਦਾ ਪ੍ਰਚਾਰਕਾਂ ਨੂੰ ਵੀ। ਕੀ ਆ ਜੇ ਮੰਜੀ ਸਾਹਿਬ ਤੋਂ ਕਥਾ ਦਾ ਟਾਈਮ ਨਾ ਮਿਲੂਗਾ ਤਾਂ ਮਰ ਜੂਗੇ। ਫਿਰ ਇੰਨਾ ਪੰਥ ਨੇ ਤੁਹਾਨੂੰ ਮਾਣ ਦਿੱਤਾ, ਇੰਨਾ ਉੱਚਾ ਚੱਕਿਆ, ਜੇ ਮੰਜੀ ਸਾਹਿਬ ਦੀ ਸਟੇਜ ਤੋਂ ਨਾ ਕਥਾ ਕਰੋਗੇ ਤਾਂ ਮਰ ਨਹੀਂ ਚੱਲੇ ਤੁਸੀਂ। ਇਹ ਵਧੀਕੀ ਦੇ ਖਿਲਾਫ ਬੋਲੋ। ਤੇ ਮੰਜੀ ਸਾਹਿਬ ਕਿਸੇ ਦੇ ਪਿਓ ਦਾ ਨਹੀਂ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਥਾਨ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਥਾਨ ਆ। ਇਹ ਕਿਸੇ ਦੇ ਪਿਓ ਦਾ ਕਬਜ਼ਾ ਨਹੀਂ ਵੀ ਉੱਥੋਂ ਕਿਸੇ ਨੂੰ ਕਥਾ ਕਰਨ ਤੋਂ ਰੋਕ ਲੂਗਾ। ਸੋ ਮੈਂ ਸਾਰੇ ਪ੍ਰਚਾਰਕਾਂ ਨੂੰ ਬੇਨਤੀ ਕਰਦਾ, ਇਸ ਚੀਜ਼ ਦੀ ਪੁਰਜ਼ੋਰ ਸ਼ਬਦਾਂ 'ਚ ਨਿੰਦਿਆ ਹੋਣੀ ਚਾਹੀਦੀ ਹੈ। ਜਿੰਨੀ ਹੋਵੇ ਉਨੀ ਥੋੜ੍ਹੀ ਆ ਕਿ ਇੱਕ ਸਿੱਖ ਦੀ ਪੱਗ ਲਾਈ ਗਈ ਆ। ਬਾਕੀ ਮੈਂ ਬੇਨਤੀ ਕਰਦਾ, ਮੈਂ ਨਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਹਾਂ, ਨਾ ਮੈਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਹਾਂ। ਮੈਂ ਸਿੱਖ ਦੀ ਪੱਗ ਲਾਉਣ ਦੇ ਖਿਲਾਫ ਹਾਂ, ਚਾਹੇ ਉਹ ਸ਼੍ਰੋਮਣੀ ਕਮੇਟੀ ਲਾਵੇ, ਮੈਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਹੋਊਂਗਾ। ਜੇ ਜਥੇਦਾਰ ਅਕਾਲ ਤਖਤ ਸਾਹਿਬ ਪੱਗ ਲਵਾਵੇ ਸਿੱਖ ਦੀ, ਮੈਂ ਉਹਦੇ ਵੀ ਖਿਲਾਫ ਹੋਊਂਗਾ। ਸੋ ਜੇ ਉਹ ਇਸ ਚੀਜ਼ 'ਚ ਇਨਵੋਲਵ ਨਹੀਂ ਗਏ ਤਾਂ ਸ਼੍ਰੋਮਣੀ ਕਮੇਟੀ ਨੂੰ ਜਿਹੜੇ ਮੁਲਾਜ਼ਮਾਂ ਨੇ ਪੱਗਾਂ ਲਾਈਆਂ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ। ਔਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ। ਜੇ ਉਹ ਇਹਦੇ ਬਾਰੇ ਐਕਸ਼ਨ ਨਹੀਂ ਲੈਂਦੇ ਫਿਰ ਸਿੱਖਾਂ ਨੂੰ ਵੀ ਸਾਧ ਸੰਗਤ ਜੀ ਉੱਥੇ ਜਾ ਕੇ ਮੈਂ ਬੇਨਤੀ ਇੱਕ ਹੋਰ ਕਰੂੰਗਾ, ਸਾਡੇ 'ਚ ਬਿਮਾਰੀ ਇੱਕ ਹੋਰ ਬਹੁਤ ਹੈ। ਮੈਂ ਸਵੇਰੇ ਲਾਈਵ ਸੁਣਦਾ ਸੀ, ਪ੍ਰਵਾਨਾ ਜੀ ਆ ਜਥੇ ਰਾਜਪੁਰੇ ਤੋਂ, ਉਹ ਬੋਲ ਰਹੇ ਸੀ ਵੀ ਜੇ ਚੜ੍ਹ ਕੇ ਆਉਣਗੇ ਜੀ ਤੇ ਫਿਰ ਉੱਥੋਂ ਹੱਥ ਕਿਉਂ ਨਾ ਵੱਢਿਆ ਪੱਗ ਲਾਉਣ ਵਾਲੇ ਦਾ। ਇਹ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਤੇ ਮੁੜ ਕੇ ਫਿਰ ਹੱਥ ਵੱਢਿਆ ਕਿਉਂ ਨਾ ਜਿਹਨੇ ਪੱਗ ਲਾਈ ਸੀ ਸਿੰਘ ਦੀ। ਸੋ ਇੱਦਾਂ ਸੰਜਮ ਵਰਤੋ ਜਿੰਨਾ ਵਰਤ ਸਕਦੇ ਆ, ਤੇ ਜਾਂ ਫਿਰ ਬਚਨ ਉਨਾ ਕਰੋ ਜਿੰਨਾ ਪਗਾ ਸਕਦੇ ਆ। ਮੈਂ ਪ੍ਰਵਾਨਾ ਜੀ ਦਾ ਸਵੇਰੇ ਲਾਈਵ ਸੁਣਦਾ ਸੀ, ਉਹ ਬੋਲ ਰਹੇ ਸੀ ਵੀ ਜੇ ਅਸੀਂ ਪਿਆਰ ਨਾਲ ਬੈਠੇ ਹਾਂ, ਜੇ ਸਾਨੂੰ ਪਿਆਰ ਨਾਲ ਮੰਨੋਗੇ ਠੀਕ ਆ, ਜੇ ਤਕਰਾਰ ਕਰਨ ਆਉਣਗੇ ਅਸੀਂ ਵੀ ਜਵਾਬ ਦੇਵਾਂਗੇ। ਤੇ ਫਿਰ ਜਦੋਂ ਆਏ ਸੀ ਜਵਾਬ ਦਿੱਤਾ ਕਿਉਂ ਨਾ ਭਾਈ? ਸੋ ਬੇਨਤੀ ਇੰਨੀ ਹੈ ਕਿ ਪੱਗ ਨਹੀਂ ਲੈਣੀ ਚਾਹੀਦੀ ਸੀ ਸਿੱਖ ਦੀ। ਮਰ ਜਾਂਦਾ ਸਿੱਖ, ਕੋਈ ਰੋਸ ਨਹੀਂ ਸੀ ਸਾਨੂੰ। ਸੰਤ ਜਰਨੈਲ ਸਿੰਘ ਇਹੀ ਗੱਲ ਕਹਿੰਦੇ ਸੀ ਜਦੋਂ ਬਿੱਛੂ ਰਾਮ ਥਾਣੇਦਾਰ ਨੇ, ਸ਼ਿਵਰਾਮ ਨੇ ਬਿੱਛੂ ਕਹਿੰਦੇ ਸੀ ਉਹਨੂੰ, ਇੱਕ ਸਿੱਖ ਦੀ ਕੇਸ ਦੀ ਬੇਅਦਬੀ ਕਰਕੇ ਭੇਜਿਆ ਸੀ। ਸੰਤਾਂ ਨੇ ਕਿਹਾ ਸੀ ਤੂੰ ਸ਼ਹੀਦ ਕਰ ਦਿੰਦਾ, ਸਾਨੂੰ ਦੁੱਖ ਕੋਈ ਨਹੀਂ ਸੀ, ਪਰ ਤੂੰ ਉਹਦੇ ਕੇਸਾਂ ਦੀ ਦਸਤਾਰ ਦੀ ਬੇਅਦਬੀ ਕਰਕੇ ਭੇਜਿਆ, ਤੈਨੂੰ ਇਹਦੀ ਭਾਜੀ ਮੋੜਾਂਗੇ ਅਸੀਂ। ਸੋ ਇਹ ਜੋਸ਼, ਇਹ ਵੀਰ ਰਸ ਸਾਡੇ 'ਚੋਂ ਕਿੱਥੇ ਗਿਆ? ਕਿ ਕਿਤੇ ਕਿਉਂ ਅਸੀਂ ਮੈਂ ਉਹ ਲਫ਼ਜ਼ ਵਰਤਣੇ ਨਹੀਂ ਚਾਹੁੰਦਾ ਮੈਨੂੰ, ਕਿਉਂਕਿ ਮੈਂ ਇੱਕ ਪ੍ਰਚਾਰਕ ਤਾਂ ਮੈਂ ਨਹੀਂ ਹਾਂ, ਮੈਂ ਇੱਕ ਆਮ ਸਿੱਖ ਹਾਂ। ਮੈਂ ਸ਼ਾਇਦ ਸਿੱਖ ਵੀ ਨਾ ਹੋਵਾਂ, ਮੈਂ ਮੇਰਾ ਜੀਵਨ ਇੰਨਾ ਕੁ ਗਿਰਿਆ ਹੋਵੇ,
ਪਰ ਮੈਨੂੰ ਇਹ ਸ਼ਬਦ ਬੋਲਣ ਤੇ ਮਜਬੂਰ ਹੋਣਾ ਚਾਹ ਰਿਹਾ ਕਿ ਅਸੀਂ ਸਿੱਖ ਕੌਮ ਮਰਦਾਂ ਦੀ ਕੌਮ ਆ, ਖੁਸਰਿਆਂ ਦੀ ਕੌਮ ਨਹੀਂ ਗੀ। ਅਸੀਂ ਪੱਗਾਂ ਲਵਾ ਕੇ ਘਰੇ ਬਹਿਣ ਵਾਲਿਆਂ ਚੋਂ ਨਹੀਂ ਗੇ। ਸੋ ਇਸ ਚੀਜ਼ ਦਾ ਅਸੀਂ ਹਿਸਾਬ ਲੈ ਕੇ ਰਵਾਂਗੇ। ਔਰ ਮੈਂ ਜਿੰਨਾ ਚਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਇਸ ਚੀਜ਼ ਦਾ ਨਿਖੇਧੀ ਨਹੀਂ ਕਰਦੇ, ਖੰਡਨ ਨਹੀਂ ਕਰਦੇ, ਉਹਨਾਂ ਚਿਰ ਮੈਂ ਜਵਾਬ ਮੰਗਦਾ ਰਹੂੰਗਾ ਉਹਨਾਂ ਤੋਂ, ਜਿੰਨੀ ਮੇਰੇ 'ਚ ਜਾਨ ਆ। ਔਰ ਮੈਂ ਜੇ ਉਹ ਮੇਰੇ ਪੱਤਰ ਦਾ ਜਵਾਬ ਨਹੀਂ ਦਿੰਦੇ ਤਾਂ ਮੈਂ ਆਪਣੀ ਦਸਤਾਰ ਉਹਨਾਂ ਨੂੰ ਭੇਟ ਕਰੂੰਗਾ। ਮੈਂ ਉਹਨਾਂ ਦੇ ਮਿਲਣ ਦਾ ਔਰ ਉਹਨਾਂ ਦੇ ਰਿਪਲਾਈ ਦਾ ਇੰਤਜ਼ਾਰ ਕਰਦਾ। ਜੇ ਮੇਰਾ ਰਿਪਲਾਈ ਨਹੀਂ ਦਿੰਦੇ ਤਾਂ ਫਿਰ ਮੈਨੂੰ ਹੋਰ ਇਹ ਕਰੜੇ ਕਦਮ ਚੁੱਕਣ ਵਾਸਤੇ ਮਜਬੂਰ ਹੋਣਾ ਪਊਗਾ, ਕਿਉਂਕਿ ਇੱਕ ਸਿੱਖ ਦੀ ਦਸਤਾਰ ਲੱਥੀ ਆ ਤੇ ਅਸੀਂ ਨੰਗੇ ਸਿਰ ਫਿਰ ਕੇ ਦੇਖੀਏ ਸਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ। ਮਰਨ ਹੋ ਜਾਂਦਾ ਨੰਗੇ ਸਿਰ ਜੇ ਅਸੀਂ ਫਿਰ ਗਏ ਸਭਾ ਦੇ ਵਿੱਚ। ਇੱਕ ਸਿੱਖ ਦੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਪੱਗ ਲਾਈ ਗਈ ਆ, ਔਰ ਲਾਈ ਕਿਹਨੇ ਆ? ਉਹਨੇ ਜਿਨ੍ਹਾਂ ਨੇ ਸਾਡੀ ਪੱਗਾਂ ਦੀ ਰਾਖੀ ਕਰਨੀ ਸੀ। ਦੁੱਖ ਇਸ ਗੱਲ ਦਾ ਆ। ਸੋ ਸਾਧ ਸੰਗਤ ਜੀ, ਅਸੀਂ ਸੁਚੇਤ ਹੋਈਏ ਥੋੜ੍ਹੇ ਜਿਹੇ, ਔਰ ਇੱਕ ਏਕਾ ਹੋਵੇ। ਜਦੋਂ ਤਾਈਂ ਸਾਡੇ 'ਚ ਏਕਾ ਨਹੀਂ ਆ, ਜਦੋਂ ਤਾਈਂ ਤੁਸੀਂ ਆਪਣੀਆਂ 14 ਵਾਸਤੇ ਪ੍ਰੋਗਰਾਮ, ਜਦੋਂ 14 ਤਰੀਕ ਦਾ ਪ੍ਰੋਗਰਾਮ ਸੀ, ਫਿਰ 17 ਦਾ ਕਿਉਂ ਕੀਤਾ? ਇਸੇ ਲਈ ਕੀਤਾ ਨਾ ਵੀ ਪਹਿਲਾਂ 14 ਵਾਲਿਆਂ ਦੇ ਛਿੱਤਰ ਪੈ ਜਾਣ, ਫਿਰ 17 ਨੂੰ ਜਾ ਕੇ ਅਸੀਂ ਫਿਰ ਛਿੱਤਰ ਖਾਵਾਂਗੇ। ਜੇ ਛਿੱਤਰ ਹੀ ਖਾਣੇ ਸੀ ਤੇ ਇੱਕ ਉੱਥੇ ਬਹਿ ਕੇ ਖਾ ਲਓ, ਆਖੋ ਉਹਨਾਂ ਨੂੰ ਵੀ ਆ ਕੇ ਸਾਡੇ ਛਿੱਤਰ ਮਾਰ ਲਓ। ਸੋ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਏਕਾ ਕਰੋ ਜੇ ਛਿੱਤਰਾਂ ਤੋਂ ਬਚਣਾ ਤਾਂ। ਤੇ ਜੇ ਛਿੱਤਰ ਹੀ ਖਾਣੇ ਆ, ਆਪ ਵੀ ਖਾਣੇ ਆ ਤੇ ਕੌਮ ਦੇ ਵੀ ਪਵਾਉਣੇ ਆ, ਤੇ ਫਿਰ ਭਾਈ ਤੁਹਾਡੀ ਮਰਜ਼ੀ। ਅੱਜ ਤਾਈਂ ਛਿੱਤਰ ਹੀ ਖਾਧੇ, ਪ੍ਰਾਪਤੀ ਤਾਂ ਅਸੀਂ ਕੋਈ ਕੀਤੀ ਨਹੀਂ। ਜਦੋਂ ਦੇ ਸੰਤ ਜਰਨੈਲ ਸਿੰਘ ਗਏ ਆ ਉਦੋਂ ਬਾਅਦ ਜੇ ਕੋਈ ਪ੍ਰਾਪਤੀ ਕੀਤੀ ਆ ਕੋਈ ਤਾਂ ਦੱਸ ਦਿਓ। ਇਹਦਾ ਕਾਰਨ ਵੀ ਸਾਡੇ 'ਚ ਕਰਤੂਤ ਨਹੀਂ, ਕੋਈ ਸਾਡੇ 'ਚ ਸਟੈਂਡ ਨਹੀਂ, ਕੋਈ ਸਿਰਫ ਇੰਨਾ ਹੋਣਾ ਚਾਹੀਦਾ, ਮੇਰੀ ਜਥੇਬੰਦੀ ਦਾ ਨਾਂ ਆਉਣਾ ਚਾਹੀਦਾ ਅੱਗੇ। ਮੇਰੀ ਜਥੇਬੰਦੀ ਦਾ ਨਾਂ ਆਵੇ ਵੀ ਆਹ ਜਥੇਬੰਦੀ ਨੇ ਇਕੱਠ ਕੀਤਾ, ਇਹ ਜਥੇਬੰਦੀ ਨੇ ਹੱਕ ਲੈ ਕੇ ਦਿੱਤੇ ਆ। ਸੋ ਇਹਨਾਂ ਚੀਜ਼ਾਂ 'ਚੋਂ ਨਿਕਲ ਜੀਏ ਅਸੀਂ ਤੇ ਆਪਣੀ ਦਸਤਾਰ ਦੀ ਤੇ ਆਪਣੇ ਗੁਰੂ ਦੀ ਰਾਖੀ ਕਰੀਏ। ਦੂਜੀ ਬੇਨਤੀ ਮੈਂ ਕਰਨਾ ਨਹੀਂ ਸੀ ਚਾਹੁੰਦਾ, ਪਰ ਮੈਂ ਮਜਬੂਰ ਹੋ ਕੇ ਕਰ ਰਿਹਾ। ਹੁਣ 2 ਮਿੰਟ ਦਾ ਸਮਾਂ ਹੋਰ ਹੈ, ਮੈਂ ਸਮਾਪਤੀ ਕਰ ਦੇਣੀ। ਜਦੋਂ ਢੱਡਰਾਂ ਵਾਲਾ ਕਹਿੰਦਾ ਗੁਰੂ ਸਾਹਿਬ ਇੱਕ ਜਰੀਆ ਆ, ਗੁਰੂ ਗ੍ਰੰਥ ਸਾਹਿਬ ਬਿਲਕੁਲ ਗਲਤ ਆ। ਮੈਂ ਇਹਦੀ ਨਿਖੇਧੀ ਕਰਦਾ ਔਰ ਇਸੇ ਗੱਲ ਕਰਕੇ ਮੈਂ ਉਹਦੇ ਵਿਰੋਧ ਹਾਂ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਕਹਿੰਦਾ। ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਢੱਡਰਾਂ ਵਾਲਾ ਜਰੀਆ ਕਹਿੰਦਾ ਨਾ ਤਾਂ ਅਸੀਂ ਪਿੱਟਦੇ ਹਾਂ ਵੀ ਇਹ ਜਰੀਆ ਕਹਿੰਦਾ ਹਾਜ਼ਰ ਨਾਜ਼ਰ ਗੁਰੂ ਨੂੰ। ਪਰ ਸਿੱਖੋ, ਆਪਣੀ ਛਾਤੀ ਤੇ ਹੱਥ ਰੱਖ ਕੇ ਦੱਸਿਓ ਕਿੰਨੇ ਸਿੱਖ ਆ ਜਿਹੜੇ ਮੰਨਦੇ ਵੀ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਆ। ਤੇ ਜੇ ਹਾਜ਼ਰ ਨਾਜ਼ਰ ਮੰਨਦੇ ਆ ਤੇ ਹਾਜ਼ਰ ਨਾਜ਼ਰ ਗੁਰੂ ਦੇ 368 ਸਰੂਪ ਉਹਨਾਂ ਨੇ ਗਾਇਬ ਕਰਤੇ ਆ ਜਿਨ੍ਹਾਂ ਦੀ ਡਿਊਟੀ ਸੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਨ ਦੀ। ਤੇ ਫਿਰ ਸਾਡੇ ਮੂੰਹ 'ਚ ਦੰਦਲ ਕਿਉਂ ਪੈ ਗਈ? ਸਾਨੂੰ ਬੋਲੇ ਕਿਉਂ ਨਾ? ਇਹਦਾ ਮਤਲਬ ਪਤਾ ਕੀ ਆ? ਵੀ ਅਸੀਂ ਕਹਿੰਦੇ ਹੀ ਆ ਵੀ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਹੈ, ਮੰਨਦੇ ਅਸੀਂ ਵੀ ਜਰੀਆ ਹੀ ਆ। ਇਹੀ ਗੱਲ ਹੈ ਨਾ। ਜੇ ਅਸੀਂ ਹਾਜ਼ਰ ਨਾਜ਼ਰ ਮੰਨਦੇ ਤੇ ਕਿਉਂ ਨਾ ਸਿੱਖ ਖੜਾ ਹੋ ਕੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਗਲਮੇ 'ਚ ਪਾ ਕੇ ਉਹਨਾਂ ਤੋਂ ਜਵਾਬ ਕਰਦਾ ਵੀ 64 ਕਿਹਨੇ ਗਾਇਬ ਕੀਤੇ ਆ? ਭਾਵੇਂ ਕਿਸੇ ਨੇ ਗਾਇਬ ਕੀਤੇ, ਭਾਵੇਂ ਸਟੋਰ ਕੀਪਰ ਨੇ ਗਾਇਬ ਕੀਤੇ ਆ। ਜ਼ਿੰਮੇਵਾਰੀ ਕਿਹਦੀ ਬਣਦੀ ਸੀ ਸੰਭਾਲਣ ਦੀ? ਸਟੋਰ ਕੀਪਰ ਕਿਹਨੇ ਰੱਖਿਆ ਸੀ? ਫੌਜਦਾਰੀ ਮੁਕੱਦਮਾ ਕਿਉਂ ਨਹੀਂ ਹੁੰਦਾ? ਜੁੱਤੀਆਂ ਕਿਉਂ ਨਹੀਂ ਮਾਰਦੇ ਉਹਦੇ ਜਿਹਨੇ ਗਾਇਬ ਕੀਤੇ ਆ, ਜਿਹਨੇ ਵੇਚੇ ਆ ਸਰੂਪ? ਹੁਣ ਇਹ ਪੂਰੇ ਕਿੱਦਾਂ ਹੋਣੇ ਮੈਂ ਇਹ ਵੀ ਦੱਸ ਦਿੰਦਾ ਤੁਹਾਨੂੰ। ਜਿਹੜੇ ਗੁਰਦੁਆਰੇ 'ਚ ਇਹਨਾਂ ਦੇ ਪ੍ਰਬੰਧ ਵਾਲੇ ਆ ਉੱਥੇ 8-8 ਸਰੂਪ ਪਏ, ਉੱਥੋਂ 2-2 3-3 ਲਿਆ ਕੇ ਇਹਨਾਂ ਨੂੰ ਕਹਿਣਾ ਆਹ ਦੇਖੋ ਵੱਧ ਦਿੱਤੇ ਸੀ, ਆਹ ਪੂਰੇ ਕਰਤੇ ਅਸੀਂ। ਸੋ ਹਮੇਸ਼ਾ ਤੋਂ ਹੀ ਇਹ ਹੁੰਦਾ ਆਇਆ ਔਰ ਇਹੀ ਹੁੰਦਾ ਰਹਿਣਾ। ਸੋ ਮੈਂ ਬੇਨਤੀ ਕਰੂੰਗਾ ਅਸੀਂ ਇਕੱਠੇ ਹੋ ਜਾਈਏ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ, ਤਾਂ ਇਕੱਠੇ ਹੋ ਜਾਈਏ। ਉੱਦਾਂ ਤਾਂ ਅਸੀਂ ਕਦੇ ਨਹੀਂ ਇਕੱਠੇ ਹੋ ਸਕਦੇ। ਘੱਟੋ ਘੱਟ ਗੁਰੂ ਦੇ ਸਤਿਕਾਰ ਲਈ ਇਕੱਠੇ ਹੋ ਜਾਈਏ। ਇਹ ਮੋਰਚੇ ਲਾ ਕੇ ਤੇ ਮੁੜ ਕੇ ਜੇਬਾਂ ਭਰ ਕੇ ਤੇ ਮੁੜ ਕੇ ਡੇਰਿਆਂ 'ਚ ਬਹਿ ਜਾਂਦੇ ਜਾ ਕੇ, ਜਾਂ ਘਰਾਂ 'ਚ ਬਹਿ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਮੋਰਚੇ ਲਾ ਕੇ ਤੇ ਜੇਬਾਂ ਭਰ ਕੇ, ਤੇ ਇਹਦੇ ਲਈ ਕੁਰਬਾਨੀ ਕੌਣ ਦਊਗਾ? ਜੇ ਗੁਰੂ ਗ੍ਰੰਥ ਸਾਹਿਬ ਰਹਿਣਗੇ ਤਾਂ ਪੰਥ ਰਹੂਗਾ। ਗੁਰੂ ਗ੍ਰੰਥ ਸਾਹਿਬ ਬਿਨਾਂ ਪੰਥ ਕਿਸੇ ਕੰਮ ਦਾ ਨਹੀਂ। ਐਵੇਂ ਚੱਕੀ ਫਿਰੋ ਡੁੱਡੀਆਂ ਪੰਥ ਦੀਆਂ। ਸੋ ਜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ ਤਾਂ ਪਹਿਲਾਂ ਗ੍ਰੰਥ ਦਾ ਸਤਿਕਾਰ ਬਹਾਲ ਕਰਾ ਲਈਏ ਅਸੀਂ। ਮੇਰੀ ਇਹੀ ਬੇਨਤੀ ਆ। ਇੰਨੀ ਬੇਨਤੀ ਕਰਨ ਲਈ ਮੈਂ ਹਾਜ਼ਰ ਹੋਇਆ ਸੀ। ਸੋ ਮੈਂ ਜਿਹੜਾ ਪੱਤਰ ਲਿਖਿਆ ਮੈਂ ਆਪਣੀ ਫੇਸਬੁੱਕ ਤੇ ਪਾਇਆ। ਸੋ ਜਿਹੜੇ ਵੀ ਸਿੰਘ ਮੇਰੇ ਨਾਲ ਐਡ ਆ, ਮੈਂ ਬੇਨਤੀ ਕਰਦਾ ਜਿਨ੍ਹਾਂ ਦੀ ਪਹੁੰਚ ਹੋਵੇ ਅਕਾਲ ਤਖਤ ਸਾਹਿਬ ਤੱਕ, ਉਹ ਮੇਰਾ ਪੱਤਰ ਜ਼ਰੂਰ ਪਹੁੰਚਾਉਣ ਅਕਾਲ ਤਖਤ ਸਾਹਿਬ ਤੱਕ, ਤਾਂ ਕਿ ਜਥੇਦਾਰ ਸਾਹਿਬ ਫਿਰ ਉਹਦੇ ਬਾਰੇ ਕੀ ਬੋਲਦੇ ਆ ਔਰ ਕੀ ਬਿਆਨ ਦਿੰਦੇ ਆ ਉਹ ਪਤਾ ਲੱਗ ਸਕੇ। ਬੇਨਤੀ ਮੈਂ ਇੱਕ ਹੋਰ ਕਰਨੀ ਸੀ ਵੀ ਇਹ ਪਹਿਰਾ ਚੱਲਣਾ ਸੀ ਅੱਜ ਹੋਰ ਪਾਸੇ, ਪਰ ਸ਼੍ਰੋਮਣੀ ਕਮੇਟੀ ਨੇ ਕਰਤੂਤ ਹੀ ਇਦਾਂ ਦੀ ਕੀਤੀ ਵੀ ਇਹ ਪਹਿਰਾ ਚੱਲ ਇਹਨਾਂ ਵਾਲੇ ਪਾਸੇ ਗਿਆ। ਕਿਉਂਕਿ ਅੱਜ ਨਿੰਦਕਾਂ ਦੀ ਸੇਵਾ ਹੋਣੀ ਸੀ, ਪਰ ਹੋਣੀ ਹੋਰ ਕਿਸੇ ਦੀ ਸੀ, ਹੋ ਇਹਨਾਂ ਦੀ ਗਈ। ਇਹ ਵੀ ਗੁਰੂ ਸਾਹਿਬ ਦੇ ਭਾਣੇ 'ਚ ਹੀ ਆ। ਪਰ ਮੈਂ ਬੇਨਤੀ ਕਰਦਾ ਵੀ ਅਸੀਂ ਉਦੋਂ ਤੱਕ ਹਟਣਾ ਨਹੀਂ ਗਾ। ਸਾਰੇ ਸਿੱਖ ਵੀ ਮਰ ਜਗੇ ਨਾ ਤੇ ਸਿੱਖ ਦੀ ਪੱਗ ਦਾ ਮੁੱਲ ਬਹਾਲ ਰਹਿ ਜੇ, ਸਿੱਖ ਦੀ ਪੱਗ ਦਾ ਅਦਬ ਬਹਾਲ ਰਹਿ ਜੇ, ਤੇ ਉਹ ਥੋੜਾ ਸਾਧ ਸੰਗਤ ਜੀ। ਸੋ ਮੈਂ ਇਹੀ ਬੇਨਤੀ ਕਰਨੀ ਸੀ। ਦਲਾਂ ਪੰਥਾਂ ਨੂੰ ਵੀ ਮੇਰੀ ਬੇਨਤੀ ਆ ਵੀ ਫਰਲੇ ਵਾਲੇ ਸਿੰਘ ਦੀ ਮਹਾਂਕਾਲ ਦਾ ਫਰਲਾ ਇਹਨਾਂ ਨੇ ਬੇਅਦਬੀ ਕੀਤੀ ਆ, ਇਹਦਾ ਬਦਲਾ ਕਿਵੇਂ ਲੈਣਾ ਇਹ ਫਰਲਿਆਂ ਵਾਲੇ ਜਾਣਨ।
ਜਾਂ ਦਲ ਪੰਥ ਜਾਣੇ ਬਾਬਾ ਬਲਵੀਰ ਸਿੰਘ ਜੀ ਦਲ ਪੰਥ ਦੇ ਮੁਖੀ ਆ 96 ਕਰੋੜੀ, ਉਹਨਾਂ ਨੂੰ ਇਹਦੇ ਬਾਰੇ ਬੇਨਤੀ ਆ ਉਹ ਇਸ ਚੀਜ਼ ਦਾ ਜ਼ਰੂਰ ਨੋਟਿਸ ਲੈਣ। ਹੋਰ ਵੀ ਜਿੰਨੇ ਨਿਹੰਗ ਸਿੰਘ ਸੰਪਰਦਾਵਾਂ ਦਲ ਬਾਬਾ ਬਿਧੀ ਚੰਦ ਸਾਹਿਬ ਆ, ਰਕਬੇ ਵਾਲੇ ਮਹਾਂਪੁਰਖ ਆ, ਬਾਬਾ ਗੱਜਣ ਸਿੰਘ ਜੀ ਹੁਣੀ ਆ, ਬਾਬਾ ਬਕਾਲਾ ਸਾਹਿਬ ਵਾਲੇ, ਹਜੂਰ ਸਾਹਿਬ ਵਾਲਾ ਦਲ ਪੰਥ ਆ, ਸੋ ਜਿੰਨੇ ਵੀ ਦਲ ਪੰਥ ਆ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ, ਇੱਕ ਨਿਹੰਗ ਸਿੰਘ ਦੇ ਫਰਲੇ ਦੀ ਬੇਅਦਬੀ ਹੋਈ ਆ, ਇਹਦੇ ਵਾਸਤੇ ਅਸੀਂ ਹਮਲਾ ਮਾਰੀਏ। ਔਰ ਦੂਸਰੀ ਬੇਨਤੀ ਮੇਰੀ ਇਹ ਆ ਵੀ ਇੱਕ ਸਿੱਖ ਦੀ ਦਸਤਾਰ ਦੀ ਬੇਅਦਬੀ ਹੋਈ ਆ, ਇਹ ਕੱਲਾ ਸਿੱਖ ਇਸ ਵਾਸਤੇ ਸੁਚੇਤ ਹੋ ਜਾਈਏ, ਸ਼੍ਰੋਮਣੀ ਕਮੇਟੀ ਤੋਂ ਇਹ ਸਵਾਲ ਕਰਕੇ ਵੀ ਤੁਹਾਨੂੰ ਠੀਕ ਆ ਸਿੰਘ ਹੱਕ ਮੰਗਣ ਗਏ ਸੀ, ਤੁਸੀਂ ਨਹੀਂ ਦੱਸਣੇ, ਬੈਠੇ ਰਹਿਣ ਦਿਓ, ਪਰ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਦਾ ਹੱਕ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਹਰ ਸਾਲ ਕਰਦੀ ਆ, ਇਹ ਜਥੇਦਾਰ ਜਵਾਬ ਤਲਬੀ ਕਿਉਂ ਨਹੀਂ ਕਰਦੇ? ਜਥੇਦਾਰ ਸਾਹਿਬ ਤੋਂ ਵੀ ਇਹ ਸਾਡਾ ਸਵਾਲ ਆ। ਸੋ ਹੋਈ ਭੁੱਲ ਚੁੱਕਦੀ ਖਿਮਾ, ਜੇ ਮੈਂ ਕੋਈ ਬਚਨ ਵੱਧ ਘੱਟ ਕਰ ਗਿਆ ਹੋਵਾਂ ਉਹਦੇ ਵਾਸਤੇ ਮੈਂ ਖਿਮਾ ਦਾ ਜਾਚਕ ਹਾਂ। ਸੋ ਸਾਧ ਸੰਗਤ ਜੀ, ਇਹ ਬੇਨਤੀਆਂ ਇਹ ਅਸੀਂ ਪਹੁੰਚਦੀਆਂ ਜ਼ਰੂਰ ਕਰੀਏ ਜਿਨ੍ਹਾਂ ਤੱਕ ਪਹੁੰਚਣੀਆਂ, ਔਰ ਇਹਨਾਂ ਨੂੰ ਆਪਣੇ ਮਨ 'ਚ ਵੀ ਵਸਾਈਏ। ਹੋਈ ਭੁੱਲ ਚੁੱਕਦੀ ਮੈਂ ਸਮੂਹ ਸੰਗਤ ਤੋਂ ਖਿਮਾ ਮੰਗਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਅੰਤ ਤੱਕ ਹੀ ਗੱਲ ਕਹਿਣਾ ਚਾਹਾਂਗੇ ਕਿ ਜੇਕਰ ਸਾਡੀਆਂ ਸਰਮੂਰ ਜਥੇਬੰਦੀਆਂ ਤੇ ਕਾਬਜ਼ ਉੱਚ ਅਹੁਦਿਆਂ ਦੇ ਆਗੂ ਚੰਗੇ ਹੋਣ, ਸੱਚੇ ਸੁੱਚੇ ਹੋਣ ਤਾਂ ਕਦੇ ਕੌਮ ਨੂੰ ਨਿਗਾਰ ਵੱਲ ਜਾਣ ਹੀ ਨਾ ਦੇਣ। ਪਰ ਅਸਲੀਅਤ ਤਾਂ ਇਹ ਹੈ ਕਿ ਅੱਜ ਮੀਰੀ ਤੇ ਪੀਰੀ ਦਾ ਸਿਧਾਂਤ ਹੀ ਪੁੱਠਾ ਹੋ ਚੁੱਕਾ। ਸਿਆਸੀ ਧਿਰਾਂ ਦੇ ਹੱਥ ਠੋਕੇ ਬਣ ਕੇ ਸਾਡੇ ਧਾਰਮਿਕ ਆਗੂ ਚੱਲ ਰਹੇ ਨੇ, ਜਿਸ ਕਰਕੇ ਕੌਮ ਦੇ ਵਿੱਚ ਇਹ ਸਾਰੇ ਪਾੜ ਪੈ ਰਹੇ ਨੇ, ਨਿਗਾਰ ਆ ਰਹੇ ਨੇ। ਫਿਰ ਗੱਲ ਚਾਹੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗੁੰਮ ਹੋਣ ਦੀ ਹੋਵੇ ਜਾਂ ਸੁਮੇਧ ਸੈਣੀ ਵਰਗੇ ਦੀ ਆਜ਼ਾਦੀ ਦੀ, ਅਸਲੀਅਤ ਤਾਂ ਇਹ ਹੈ ਕਿ ਸੱਤਾ ਤੇ ਸਿਆਸਤ ਤੇ ਕਾਬਜ਼ ਲੋਕ ਅੱਜ ਹਰ ਕਿਸੇ ਨੂੰ ਆਪਣੇ ਹੱਥ ਦੀ ਕਠਪੁਤਲੀ ਬਣਾ ਕੇ ਚਲਾ ਰਹੇ ਨੇ, ਬੇਸ਼ੱਕ ਉਹ ਕਿਸੇ ਧਾਰਮਿਕ ਅਦਾਰੇ ਨਾਲ ਜੁੜਿਆ ਹੈ ਜਾਂ ਸਰਕਾਰੀ। ਤੇ ਇਹ ਉਦੋਂ ਹੀ ਰੁਕ ਸਕਦਾ ਹੈ ਜਦੋਂ ਖਾਲਸਾ ਰਾਜ ਵਿੱਚ ਪਾਏ ਗਏ ਇਹ ਪਾੜ ਖਤਮ ਕੀਤੇ ਜਾਣ, ਆਪਸੀ ਮਤਭੇਦ ਮਿਟਾ ਕੇ ਇਕਜੁੱਟ ਇਕਮੁੱਠ ਹੋਇਆ ਜਾਵੇ ਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੇ ਅਮਲ ਕੀਤਾ ਜਾਵੇ। ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਈ। ਕਿਉਂਕਿ ਅੱਜ ਕੌਮ ਦੇ ਅੰਦਰ ਚੋਲਿਆਂ ਵਿੱਚ ਅਜਿਹੇ ਮਸੰਦ ਘੁੰਮ ਰਹੇ ਨੇ ਜਿਹਨਾਂ ਨੂੰ ਲੱਭ ਕੇ ਕੌਮ ਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਹ ਇਸੇ ਤਰ੍ਹਾਂ ਕੌਮ ਨੂੰ ਢਾਹ ਲਾਉਂਦੇ ਰਹਿਣਗੇ ਤੇ ਆਪਣੇ ਇੰਪਾਇਰ, ਆਪਣੇ ਬਿਜ਼ਨਸ ਵਧਾਉਂਦੇ ਰਹਿਣਗੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।